ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਗੱਲਬਾਤਾਂ ਤੁਹਾਡੇ ਨਾਲ ਸਾਂਝੀਆਂ ਕਰ ਲਈ। 8-10 ਖਬਰਾਂ ਜਿਹੜੀਆਂ ਕੈਨੇਡਾ ਦੇ ਵਿੱਚ ਜਿਨ੍ਹਾਂ ਦੇ ਉੱਤੇ ਸਾਰਾ ਦਿਨ ਗੱਲਬਾਤ ਹੁੰਦੀ ਰਹੀ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਰਿਚਮੰਡ ਦੇ ਵਿੱਚ ਇੱਕ ਬੱਚੀ ਦੀ ਮੌਤ ਹੋਈ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਔਰ ਮੌਤ ਫਲੂ ਕਾਰਨ ਹੋਈ ਆ। ਹੁਣ ਇਹਦੇ ਨਾਲ ਹੋਰ ਕਈ ਇਸ਼ੂ ਜੁੜ ਗਏ ਆ। ਟੋਰਾਂਟੋ ਦੇ ਵਿੱਚ ਅਸਲਾ ਬਰਾਮਦ ਹੋਇਆ, ਬਹੁਤ ਲੰਬਾ ਆਪਰੇਸ਼ਨ ਚੱਲਿਆ, ਉਹਦੇ ਤੋਂ ਬਾਅਦ ਪੁਲਿਸ ਨੂੰ ਸਫਲਤਾ ਮਿਲੀ ਆ। ਕੈਨੇਡਾ ਦੇ ਵਿੱਚ ਯੂਜ਼ਡ ਕਾਰਾਂ ਹੋਰ ਸਸਤੀਆਂ ਹੋਣਗੀਆਂ, ਪਹਿਲਾਂ ਵੀ ਸਸਤੀਆਂ ਹੋ ਚੁੱਕੀਆਂ ਆ। ਖਾਣ ਪੀਣ ਦੀਆਂ ਵਸਤੂਆਂ ਦੀ ਕੀਮਤ ਅਗਲੇ ਸਾਲ ਵੀ ਥੱਲੇ ਨਹੀਂ ਆਉਣੀ, ਮਹਿੰਗਾਈ ਅਗਲੇ ਸਾਲ ਵੀ ਇੱਦਾਂ ਰਹਿਣ ਦੀ ਸੰਭਾਵਨਾ ਆ। ਕੈਨੇਡਾ ਦੇ ਵਿੱਚ ਹਵਾਈ ਸਫ਼ਰ ਬਾਕੀ ਦੁਨੀਆ ਨਾਲੋਂ ਮਹਿੰਗਾ ਆ। ਇਹ ਕਿਉਂ ਆ? ਜਿਹੜੇ ਲੋਕ ਚੀਨ ਤੋਂ ਕੈਨੇਡਾ ਆ ਰਹੇ ਆ ਉਹਨਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਅਲਬਰਟਾ ਦੇ ਵਿੱਚ ਘਰਾਂ ਦੇ ਰੈਂਟ ਇੱਕਦਮ ਵੱਧ ਰਹੇ ਆ, ਉਹਦੇ ਲਈ ਲੋਕ ਮੰਗ ਕਰ ਰਹੇ ਕੋਈ ਨਿਯਮ ਲਿਆਂਦਾ ਜਾਵੇ। ਵਿਨੀਪੈਗ ਦੇ ਵਿੱਚ ਬੱਸਾਂ ਦੇ ਡਰਾਈਵਰਾਂ ਦੀ ਬਹੁਤ ਘਾਟ ਆ ਤੇ ਕੁਝ ਗੱਲਾਂ ਬਾਤਾਂ ਜਿਹੜੀਆਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਸਭ ਤੋਂ ਪਹਿਲੀ ਖਬਰ, ਅੱਜ ਬਹੁਤ ਸੋਗ ਦੀ ਜਿਹੜੀ ਇਹ ਲਹਿਰ ਰਹੀ ਆ ਰਿਚਮੰਡ ਅਤੇ ਪੂਰੇ ਲੋਅਰ ਮੇਨਲੈਂਡ ਦੇ ਵਿੱਚ, ਕਿਉਂਕਿ ਇੱਕ ਬੱਚੀ ਦੀ ਪਿਛਲੇ ਦਿਨੀ ਮੌਤ ਹੋ ਗਈ ਫਲੂ ਵਰਗੇ ਸਿੰਪਟਮਸ ਦੇ ਨਾਲ। ਤੁਹਾਨੂੰ ਪਤਾ ਕਿ ਜਿਹੜਾ ਲਗਾਤਾਰ ਫਲੂ ਔਰ ਬੱਚੇ ਦਾਖਲ ਅਮਰੀਕਾ ਦੇ ਵਿੱਚ ਵੀ ਅਤੇ ਇੱਥੇ ਕੈਨੇਡਾ ਦੇ ਵਿੱਚ ਵੀ ਹਸਪਤਾਲਾਂ ਦੇ ਵਿੱਚ ਪਹਿਲਾਂ ਕਦੇ ਬੱਚੇ ਇੰਨੇ ਦਾਖਲ ਨਹੀਂ ਹੋਏ ਜਿੰਨੇ ਇਸ ਵੇਲੇ ਇਸ ਫਲੂ ਦੇ ਨਾਲ ਹੋਏ ਆ। ਆਹ ਵੀਕਐਂਡ ਦੇ ਉੱਤੇ ਡੇਨੀਅਲ ਕੈਵਾਨਾ ਇਸ ਬੱਚੀ ਦਾ ਨਾਂ ਆ, ਕੁਛ ਹਫ਼ਤੇ ਬਿਮਾਰ ਰਹੀ। ਉਹਨਾਂ ਦੀ ਜਿਹੜੀ ਇੰਸਟਾਗ੍ਰਾਮ ਪੋਸਟ ਆ ਉਹਦੇ ਤੋਂ ਪਤਾ ਲੱਗਿਆ, ਔਰ ਜਿਹੜੀ ਖਬਰ ਇਹ ਆਈ ਆ ਕਿ ਉਹਨੂੰ ਜਿਹੜੀ ਉਹ ਬੱਚੀ ਸੀਗੀ ਉਹਨੂੰ ਫਲੂ ਵਰਗੇ ਸਿੰਪਟਮ ਹੋਏ। 2 ਭੈਣਾਂ ਸੀ, ਰਿਮੈਂਬਰੈਂਸ ਡੇ ਦੀ ਗੱਲ ਆ ਇਹ। ਸਿੰਪਟਮ ਜਿਹੜੇ ਆ ਇਹਦੇ ਲਗਾਤਾਰ ਰਹੇ ਅਤੇ ਦੂਜੀ ਬੱਚੀ ਜਿਹੜੀ ਆ ਉਹ ਰਿਕਵਰ ਹੋ ਗਈ। ਉਹਨਾਂ ਨੇ ਲਿਖਿਆ ਕਿ ਫੈਮਿਲੀ ਉਹਦੀ ਜਿਹੜੀ ਆ ਇਹਨੂੰ ਹਸਪਤਾਲ ਦੇ ਵਿੱਚ ਲੈ ਗਈ। ਨਵੰਬਰ 23 ਦੀ ਇਹ ਗੱਲ ਆ। ਉੱਥੇ ਜਦੋਂ ਗਏ ਆ, ਜਿੱਦਾਂ ਹੁੰਦਾ ਹੀ ਆ ਕਿ ਪਹਿਲਾਂ ਚੈੱਕ ਕਰਾਉਂਦੇ ਆ, ਫਿਰ ਅੱਗੇ ਅਤੇ ਫਿਰ ਉਹ ਚੱਲਦਾ ICU ਤੱਕ ਉਹ ਕੁੜੀ ਪਹੁੰਚ ਗਈ। ਸਮਝ ਨਹੀਂ ਆਈ ਵੀ ਗੱਲਬਾਤ ਕੀ ਆ, ਅਤੇ ਫਿਰ ਜਿੱਥੇ ਪਤਾ ਲੱਗਿਆ ਕਿ ਉਹਨੂੰ ਡਾਇਗਨੋਜ਼ ਇਹ ਹੋਇਆ ਕਿ ਮਾਇਓਕਾਰਡਾਈਟਿਸ, ਇੱਕ ਜਿਹੜਾ ਫਲੂ ਦੇ ਨਾਲ ਸੰਬੰਧਿਤ ਆ ਉਹ ਬਿਮਾਰੀ ਦੱਸੀ ਗਈ। ਉਹਦੇ ਤੋਂ ਬਾਅਦ ਜਿਹੜੇ 2 ਹਾਰਟ ਪ੍ਰੋਸੀਜਰਸ ਹੋਏ, ਫਿਰ ਉਹਨੂੰ ਸਾਹ ਆਉਣਾ ਸ਼ੁਰੂ ਹੋ ਗਿਆ ਅਤੇ ਬਾਅਦ ਦੇ ਵਿੱਚ ਇਹ ਬੱਚੀ ਜਿਹੜੀ ਆ ਇਹਦੀ ਮੌਤ ਹੋ ਗਈ। ਨਹੀਂ ਉਹਦੇ ਕੋਲੋਂ ਇਹ ਸਟਰੋਕ ਸੀਗਾ ਜਾਂ ਕੀ ਸੀਗਾ ਸਹਿ ਹੋਇਆ। ਹੁਣ ਇਹ ਗੱਲਬਾਤ ਅਲਟੀਮੇਟਲੀ ਫਲੂ ਦੇ ਨਾਲ ਜੁੜ ਗਈ ਵੀ ਉਹਨੂੰ ਪਹਿਲਾਂ ਬਿਮਾਰੀ ਕੋਈ ਨਹੀਂ ਸੀ, ਸਿਰਫ ਫਲੂ ਦੇ ਨਾਲ ਮੌਤ ਹੋ ਜਾਣੀ। ਫਿਰ ਇੰਸਟਾਗ੍ਰਾਮ ਦੇ ਉੱਤੇ, ਫੇਸਬੁੱਕ ਦੇ ਉੱਤੇ ਉਹਦੀਆਂ ਬੱਚੀ ਦੀਆਂ ਜਿਹੜੀਆਂ ਪਿਕਚਰਸ ਪੋਸਟ ਕੀਤੀਆਂ ਗਈਆਂ ਅਤੇ ਜਿਹੜੀ ਜਿੱਥੇ ਹਾਕੀ ਖੇਡਦੀ ਸੀਗੀ ਉਹ ਵੀ ਉਹਨੂੰ ਯਾਦ ਕਰ ਰਹੇ ਆ ਬਹੁਤ ਸਾਰੇ ਲੋਕਾਂ ਨੇ। ਫਿਰ GoFundMe ਪੇਜ ਵੀ ਬਣਾਇਆ ਗਿਆ, $75,000 ਉਹਦੇ ਉੱਤੇ ਇਕੱਠਾ ਕੀਤਾ ਗਿਆ ਇਸ ਬੱਚੀ ਦੇ ਲਈ। ਹੁਣ ਜਿਹੜੀ ਇੱਕ ਹਾਰਟ ਬ੍ਰੇਕਿੰਗ ਸਟੋਰੀ ਆ, ਔਰ ਇਹ ਹੁਣ ਚਿੰਤਾ ਇਹ ਪੈਦਾ ਆ ਕਿ ਜਿਹੜੀ ਰੈਸਪੀਰੇਟਰੀ ਇਲਨੈਸ ਆ ਕਿ ਖੰਘ, ਰੇਸ਼ਾ, ਜ਼ੁਕਾਮ ਦੇ ਨਾਲ ਵੀ ਬੱਚੇ ਦੀ ਮੌਤ ਹੋ ਸਕਦੀ ਆ, ਜਾਂ ਇਹਦਾ ਪਿੱਛੇ ਕਾਰਨ ਕੀ ਸੀਗਾ। ਜਿਹੜਾ BC ਚਿਲਡਰਨ ਹਸਪੀਟਲ ਆ ਉਹਨਾਂ ਨੇ ਕੋਡ ਔਰੇਂਜ ਡਿਕਲੇਅਰ ਕੀਤਾ ਸੀ ਸੈਟਰਡੇ ਸਵੇਰੇ, ਜਦੋਂ ਉਹਨਾਂ ਨੂੰ ਸੀ ਕਿ ਉਹਨਾਂ ਕੋਲ ਮਤਲਬ ਇਹ ਹੈਂਡਲ ਹੀ ਨਹੀਂ ਹੋ ਰਿਹਾ ਜਿੰਨੇ ਬੱਚੇ ਉੱਥੇ ਆ ਰਹੇ ਆ। ਅੱਜ ਸਾਡੇ ਜਿਹੜੇ ਹੈਲਥ ਮਿਨਿਸਟਰ ਐਡਰੀਅਨ ਡਿਕਸ ਅਤੇ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਬੋਨੀ ਹੈਨਰੀ ਉਹਨਾਂ ਨੇ ਵੀ ਇਹਦੇ ਬਾਰੇ ਦੇ ਵਿੱਚ ਗੱਲਬਾਤ ਕੀਤੀ ਹੈ, ਦੱਸਿਆ ਹੈ। ਪਰ ਇਹਦਾ ਹੁਣ ਚੱਕਰ ਇਹ ਪੈ ਰਿਹਾ ਕਿ ਪੂਰੇ ਕੈਨੇਡਾ ਦੇ ਵਿੱਚ ਹੀ ਨਿਆਣਿਆਂ ਦਾ ਇਹ ਹਾਲ ਆ। ਸਾਰੇ ਹਸਪਤਾਲਾਂ ਦੇ ਵਿੱਚ, ਸਿਰਫ ਇਕੱਲੇ ਇੱਥੇ ਬ੍ਰਿਟਿਸ਼ ਕੋਲੰਬੀਆ ਦੀ ਗੱਲ ਨਹੀਂ ਆ। ਲਗਾਤਾਰ ਅਸੀਂ ਕਦੋਂ ਦੇ ਖਬਰਾਂ ਸਾਂਝੀਆਂ ਕਰਦੇ ਆਉਂਦੇ ਤੁਹਾਡੇ ਨਾਲ, ਉਦੋਂ ਦਾ ਹੀ ਇੱਕ ਮਤਲਬ ਬ੍ਰੇਕਿੰਗ ਪੁਆਇੰਟ ਦੇ ਉੱਤੇ ਪਹੁੰਚ ਚੁੱਕਿਆ ਸਾਰਾ ਕੁਛ। ਪੂਰਾ ਹਫ਼ਤਾ ਪਿਛਲਾ ਨਵੰਬਰ 223 ਬੱਚੇ ਇਨਫਲੂਐਂਜ਼ਾ ਨਾਲ ਰਿਲੇਟਡ ਇਲਨੈਸ ਜਿਹੜੀ ਇਹ ਰੇਸ਼ਾ ਜ਼ੁਕਾਮ ਸੀਗੀ ਇਹਦੇ ਨਾਲ ਸੰਬੰਧਿਤ 12 ਪੈਡੀਆਟ੍ਰਿਕ ਹਸਪੀਟਲਸ ਦੇ ਵਿੱਚ ਇਹ ਭਰਤੀ ਕੀਤੇ ਗਏ ਆ। ਅਤੇ ਹੁਣ ਇਹ ਇੱਕ ਡਿਜ਼ੀਜ਼ਸ ਵੀ ਉਹ ਨੇ ਜਿਹੜੀਆਂ ਵੈਕਸੀਨ ਦੇ ਨਾਲ ਪ੍ਰੀਵੈਂਟ ਹੋ ਸਕਦੀਆਂ। ਕੋਈ ਏਡੀ ਵੱਡੀ ਬਿਮਾਰੀ ਵੀ ਨਹੀਂ ਆ ਵੀ ਸਰਦੀਆਂ ਦੇ ਵਿੱਚ ਇਹ ਬਿਮਾਰੀ ਆਮ ਹੀ ਫਲੂ ਹੋ ਜਾਂਦੀ ਆ, ਪਰ ਇਹਦੇ ਨਾਲ ਹੀ ਇਸ ਵੇਲੇ ਜਿੰਨਾ ਜ਼ਿਆਦਾ ਜਿਹੜਾ ਫਲੂ ਸੀਜ਼ਨ ਆ ਇੱਕ ਤਰੀਕੇ ਦੇ ਨਾਲ ਐਕਸਪਲੋਡ ਹੋ ਗਿਆ। ਵੀ ਸਮਝ ਨਹੀਂ ਆਉਂਦੀ ਕਿ ਇੱਥੇ ਜਿਹੜਾ ਇਹ ਬੱਚੇ ਇਹਨਾਂ ਦੀ ਇਸ ਗਿਣਤੀ ਦੇ ਵਿੱਚ ਵਾਧਾ ਕਿਉਂ ਹੋ ਰਿਹਾ ਆ। ਜਿਹੜੀ ਪੈਡੀਆਟ੍ਰਿਕ ਹੈਲਥ ਸਿਸਟਮ ਆ ਕੈਨੇਡਾ ਦੇ ਵਿੱਚ, RSV ਵਾਇਰਸ, ਰੈਸਪੀਰੇਟਰੀ ਸਿੰਸੇਸ਼ੀਅਲ ਵਾਇਰਸ, ਫਲੂ, ਕੋਵਿਡ, ਇਹ ਸਾਰਾ ਕੁਛ ਰਲਾ ਕੇ ਅਜੇ ਤੱਕ ਕੈਨੇਡਾ ਦੇ ਬੱਚਿਆਂ ਦੇ ਹਸਪਤਾਲਾਂ ਦੇ ਵਿੱਚ ਪ੍ਰੈਸ਼ਰ ਉਸੇ ਤਰ੍ਹਾਂ ਬਣਿਆ ਆ। ਇਸ ਹਫ਼ਤੇ ਇੱਕ ਛੋਟੀ ਜਿਹੀ ਟੀਮ ਰੈੱਡ ਕਰਾਸ ਦੀ ਜਿਹੜੀ ਉਹਦੀ ਸਟਾਫਿੰਗ ਇਸ਼ੂ ਚਿਲਡਰਨ ਹਸਪੀਟਲ ਈਸਟਰਨ ਅੰਟੈਰੀਓ ਦੇ ਵਿੱਚ ਜਿਹੜਾ ਆ ਉਹਨਾਂ ਦੀ ਮਦਦ ਕਰਨ ਦੇ ਲਈ ਵੀ ਗਈ ਹੈ। ਕੈਲਗਰੀ ਚਿਲਡਰਨ ਹਸਪੀਟਲ ਦੇ ਵਿੱਚ ਮਤਲਬ ਨੇੜੇ ਉਹਦੇ ਆਪਣੇ ਕਪੈਸਿਟੀ ਦੇ ਉਹ ਪਹੁੰਚ ਚੁੱਕੇ ਆ। ਕਈ ਥਾਵਾਂ ਦੇ ਉੱਤੇ ਅਸੀਂ ਪਹਿਲਾਂ ਵੀ ਗੱਲ ਸਾਂਝੀ ਕੀਤੀ ਸੀ ਕਿ ਬਾਹਰ
ट्रेलर खड़े किए गए आ हीट ला के वेटिंग एरिया उन्होंने बनाया गया। 2022-2023 का फ्लू सीजन बहुत ज़्यादा खतरनाक आ। वेट टाइम लगातार वधदा जा रहा और इहदा कोई भी अजे तक इलाज सामने नहीं आ रहा कि इहदा कोई इलाज हैगा भी आ जां ये जिन्ना चिर सर्दी है उन्ना चिर इसे तरह ही रहना। पर रिचमंड दे विच हुई इस बच्ची की मौत ने अज सारे मापिਆਂ ਨੂੰ हिला के रख दिता, चिंता विच पा दिता आ कि इस वेले जिहड़ी इन्फ्लुएंजा की स्ट्रेन H3N2 कोई स्ट्रेन दसदे आ उहदे नाल हो रहा आ। ते जिहड़ा दूजे पासे जिहड़ी बच्चों की बीमार होने की जिहड़ी बुखार नूं लाउण दी दवाई हुंदी आ टाइनो जां एडविल वो ना मिलना भी एक कारण बन रहा कि हस्पतालों दे विच लगातार प्रैशर वध रहा तो बच्चे ज़्यादा दाखिल हो रहे हैं। अगली खबर टोरंटो तो आ। एक महीना इन्वैसटीगेशन चली आ उत्थे एक क्रिमिनल्स नूं फड़न दे लई ते अल्टीमेटली 6 लोगों उन्होंने फड़िया ते 62 हथियार उन्होंने कोल फड़े आ जिहड़े दस्सिया टोरंटो स्टेट्स दे विच जिहड़ी ड्रग वंडी जानी सी। इन्वैसटीगेशन जिहदे विच आई आ प्रोजैक्ट बारबल इहदा नाम दिता गया सी। ये 2021 दे विच शुरू की गई सी ते टोरंटो पुलिस सर्विसिज ते इंटैग्रेटिड गन एंड गैंग टास्क फोर्स इहदे विच सीगे कि 2 जिहड़े लोग ने वो सस्पैक्ट सीगे इहदे ड्रग जिहड़े फायर आर्म ट्रैफिकिंग दे लई कि इहदी जिहड़ी हथियार सीगे इन्हां नूं इधर उधर करन दे लई उन्हां नूं कीता गया सी। ते पुलिस दसदी है कि ऑफिसर अल्टीमेटली मतलब वो जिहड़े आ इन्हां नूं लभदे रहे तो इहदा यतन करते रहे कि किसी तरह इन्हां दे सर्च वारंट लैके इन्हां एड्रैसिस ते जिहड़े व्हीकल इन्हां दे नाल एसोसीएटेड सीगे उन्हां दे पिछे गए आ। फायर आर्म ते वड्डी क्वांटिटी दे विच एमीनेशन इन्हां कोलों फड़िया गया और ओवर कैपेसिटी मैगजीन पुलिस ने दस्सिया कि जिहड़े मेजोरिटीज़ ऑफ फायर आर्म सीगे वो सीज़ किए गए इन्हां दे सर्च वारंट के तहत मार्खम रोड के उत्ते जिहड़ा एक बिल्डिंग अपार्टमेंट बिल्डिंग एल्समेयर दे विच ते मार्खम रोड के नेड़े जिहड़ी पुलिस ने इस वे जानकारी दी आ कि बुलट प्रूफ वैसट भी इन्हां कोलों फड़ियां गईयां जिहड़े ते रैक्सडेल दे विच स्कारब्रो दे विच इन्हां 3-4 लोकेशन के उत्तों ये सारा कुछ जिहड़ा फड़िया गया आ। 2 सस्पैक्ट इन्हां दे विचों पुलिस ने फड़ लए आ ते उन्हां दे कोल अपने कोल भी हथियार सीगे। ते हुण वो कहिंदे असीं ये मतलब पुलिस ये कह रही है कि कोई ये खुशी वाली खबर नहीं है जिहड़ी असीं दस रहे हैं जां अपनी कोई अचीवमेंट दस रहे हैं, पर वो कहंदे जस्ट असीं लोकां नाल शेयर करना चाहुंदे हैं कि असीं अपना काम कर रहे हैं। पर ये गल जिहड़ी माड़ी आ कि जिहड़े हथियारां दे नाल इस तरह जिहड़ी जिहड़ा इहदी तस्करी करना ते गलत कामां दे विच पैना। ग्लॉक स्टाइल पिस्टल फड़े गए आ उन्हां दे विचों जिहड़े यूनाइटेड स्टेट्स दे विच खरीदे गए सी $1000 तो थल्ले, फिर इन्हां नूं रीसोल्ड कीता टोरंटो दीआं स्ट्रीट्स दे उत्ते $4500 तो $6000 दे विच उत्थे वेचिया जांदा। 62 हथियार इन्हां ने पुलिस ने बरामद कीते। इन्हां दे विचों 57 दा संबंध जिहड़ा पिछे यूनाइटेड स्टेट्स दे नाल आ। एक ओंटैरियो दे विच ही सीगा जिहड़ा मतलब इत्थों ही लिया गया सी, वो किसी दा चोरी कीता सी ब्रेक इन दे विच 2021 दे विच वो सीगा। तो ये जिहड़ा मतलब सारा कुछ हैगा आ कि तुसीं $1000 जेकर तुसीं दिन्ने आ US दे विच ते तुसीं वो हथियार इधर लिया के 6000 दा वेच सकदे। तो यही काम ये करते हैं तो $5000 तुहानूं सीधा फायदा हो जाता। 260 चार्ज लगे इन्हां दे उत्ते। सो जिथे ड्रग की ट्रैफिकिंग हुंदी आ उत्थे हथियार भी इन्हां दी तस्करी भी हुंदी आ। 260 टोटल चार्ज लाए आ इन्हां दे उत्ते। प्रोजैक्ट बारबल के तहत एक 27 साला व्यक्ति है जिन्होंने गिरफ्तार किया गया, मुहम्मद अली ज़ियादी। एडिशनल चार्जिस भी ये उत्ते लाए गए आ। तो ये नाल ही जिहड़ा हैगा आ ये इंसीडेंट बहुत सारे थावां दे उत्ते वापरे और कई थावां दे उत्ते इस किस्म दी जिहड़ियां डिस्क्रिप्शन सामने आईयां सी लोकां दियां कि इस किस्म के लोग इहदे विच इनवॉल्व आ। उहदे तहत फिर पुलिस ने ऑपरेशन चलाया तो जिहदे विच इन्हां व्यक्तियों नूं गिरफ्तार किया गया तो उहदे तो बाद ये चार्ज इन्हां दे उत्ते लाए गए आ। तो लगदा कि अगे तो जिहड़ी हथियारां की तस्करी है किते ना किते इहनूं नत्थ पऊगी तो यह घटूगी। पैंडेमिक तो बाद कई कुछ बदलिया। कारां दी मार्केट दे विच तब्दीली आई। नवीं कारां दी वेट हजे भी 8 तो 10 महीने आ। नवीं कार इत्थे लैनी होवे तुसीं किसी भी थां दे उत्ते 6 महीने 8 महीने 10 महीने उहदी भी कोई गरंटी नहीं। ये जिहड़ियां एजेंसीज आ तुसीं जाने आ उत्ते कार कंपनी दे विच ओह कहिंदियां उहदे नाल होया कि जिहड़ियां यूज्ड कारां सी उहनां दीयां कीमतां वधणीਆਂ शुरू हो गईयां। नवीं कार तो भी यूज्ड कार महंगी हो गई। हुण जिहड़ी अज रिपोर्ट सामने आई है मार्केट की उहदे विच ये पता लग्या कि यूज्ड कारां दीयां कीमतां थल्ले आ गईयां। काफ़ी कीमतां थल्ले आ गईयां। ये कीमतां होर भी आने वाले दिनों के थल्ले आ जाणियां, पर यह भी नाल उन्होंने प्रोडिक्ट किया कि उन्नियां थल्ले नहीं आउणियां जिन्नियां कोविड तो पहलां सी।
ਪਹਿਲਾਂ ਜਿੰਨੀਆਂ ਸਸਤੀਆਂ ਕਾਰਾਂ ਅਜੇ ਵੀ ਨਹੀਂ ਹੋਣੀਆਂ। ਐਕਸਪਰਟਸ ਨੇ ਇਹ ਪ੍ਰੋਡਿਕਟ ਕੀਤਾ ਆ, ਕਾਰਾਂ ਦੀਆਂ ਕੀਮਤਾਂ ਕੈਨੇਡਾ ਦੇ ਵਿੱਚ ਘਟ ਗਈਆਂ, ਅਜੇ ਹੋਰ ਘਟੀ ਜਾਣੀਆਂ, ਪਰ ਇੰਨੀਆਂ ਨਹੀਂ ਘਟਣੀਆਂ ਜਿੰਨੀਆਂ ਕੋਵਿਡ ਤੋਂ ਪਹਿਲਾਂ ਸੀ। ਸੋ ਇਸ ਕਰਕੇ ਇਸ ਗੱਲ ਦਾ ਖਿਆਲ ਰੱਖਿਆ ਜਾਵੇ, ਕਿਉਂਕਿ ਨਵੀਆਂ ਕਾਰਾਂ ਬਣੀਆਂ ਨਹੀਂ। ਹੁਣ ਇਹ ਕੀਮਤਾਂ ਘਟਣ ਦਾ ਕਾਰਨ ਇਹ ਵੀ ਆ ਕਿ ਸੇਲ ਘਟ ਗਈ ਆ। ਸੇਲ ਇਸ ਕਰਕੇ ਘਟ ਗਈ ਆ ਕਿ ਲੋਕਾਂ ਕੋਲੋਂ ਪਰਚੇਜ਼ ਕਰਨ ਦੀ ਪਾਵਰ ਹੀ ਨਹੀਂ ਰਹੀ। ਲੋਕਾਂ ਨੇ ਤਾਂ ਆਪਣੀਆਂ ਪਹਿਲੀਆਂ ਕਾਰਾਂ ਖੜਾ ਦਿੱਤੀਆਂ। ਮਹਿੰਗਾਈ ਨੂੰ ਦੇਖਦੇ ਲੋਕ ਘਟ ਜਾਣ ਲੱਗ ਪਏ ਉਹਦੇ ਉੱਤੇ, ਤੇ ਹੁਣ ਤਾਂ ਉਹਦੇ ਤੋਂ ਅੱਗੇ ਜਿੱਦਾਂ ਜਿੱਦਾਂ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਵਧਾਈ ਜਾਂਦੀ ਆ, ਉੱਦਾਂ ਲੋਕਾਂ ਦੀ ਪਰਚੇਜ਼ਿੰਗ ਪਾਵਰ ਜਿਹੜੀ ਆ ਉਹ ਘਟਦੀ ਜਾ ਰਹੀ ਆ, ਤੇ ਅਲਟੀਮੇਟਲੀ ਇਹਦਾ ਅਸਰ ਸਾਰੇ ਕੁਝ ਦੇ ਉੱਤੇ ਪੈ ਰਿਹਾ। ਜਿਹੜੀ ਯੂਜ਼ਡ ਕਾਰ ਆ, ਆਟੋ ਟਰੇਡਰਸ ਕੈਨੇਡੀਅਨ ਵੈਬਸਾਈਟ ਦੇ ਉੱਤੇ ਐਵਰੇਜ ਯੂਜ਼ਡ ਕਾਰ ਦਾ ਆਸਕਿੰਗ ਪ੍ਰਾਈਸ ਕੈਨੇਡਾ ਦੇ ਵਿੱਚ $27,000 ਸੀ 2021 ਦੇ ਵਿੱਚ। ਤੇ ਫਿਰ ਇੱਕ ਤਰੀਕੇ ਦੇ ਨਾਲ ਇੰਨਾ ਜ਼ਿਆਦਾ ਉੱਤੇ ਚਲੇ ਗਏ, ਕਈ ਫੈਕਟਰ ਦੇ ਵਿੱਚ ਸਪਲਾਈ ਦੇ, ਦੂਜੇ ਸਟਰੋਂਗ ਡਿਮਾਂਡ, ਤੇ ਜਿਹੜੀ ਕਾਰ ਐਵਰੇਜ ਕੈਨੇਡਾ ਦੇ ਵਿੱਚ ਕਾਰ ਦੀ ਆਸਕਿੰਗ 27,000 ਸੀ, ਉਹ 27,000 ਤੋਂ 38,000 ਦੇ ਉੱਤੇ ਜੂਨ 2022 ਦੇ ਵਿੱਚ ਪਹੁੰਚ ਗਈ। ਹੁਣ ਉਹ ਜੂਨ 2022 ਦੇ ਵਿੱਚ 38,000 ਦੇ ਉੱਤੇ ਪਹੁੰਚ ਗਈ, ਉਹ ਥੱਲੇ ਨੂੰ ਤੇ ਆਉਣੀ ਸ਼ੁਰੂ ਹੋ ਗਈ ਹੈ। ਜੁਲਾਈ ਦੇ ਵਿੱਚ ਘਟੀਆਂ, ਫਿਰ ਅਗਸਤ ਦੇ ਵਿੱਚ ਘਟੀਆਂ, ਤੇ ਹੌਲੀ ਹੌਲੀ ਇੱਕ ਇੱਕ ਕਰਕੇ ਇਹ ਥੱਲੇ ਨੂੰ ਆ ਰਹੀਆਂ। ਤੇ ਦੱਸਦੇ ਆ ਕਿ ਅਕਤੂਬਰ ਦੇ ਵਿੱਚ ਜਿਹੜੀ ਐਵਰੇਜ ਆ ਉਹ 1.1% ਘਟ ਗਈ ਸੀ, ਮਤਲਬ $37,141 ਦੇ ਉੱਤੇ $38,000 ਤੋਂ ਆ ਗਈ। ਹੁਣ ਪਹਿਲਾਂ ਜੇ 38,000 ਤੋਂ ਘਟ ਕੇ 37,000 ਹੋ ਵੀ ਗਈ ਆ, ਤਾਂ ਕੋਵਿਡ ਤੋਂ ਪਹਿਲਾਂ ਜਾਂ 21 ਦੇ ਵਿੱਚ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀ, ਉਸ ਵੇਲੇ ਕੀਮਤ 27,000 ਸੀ। ਸੋ ਇਹ ਕਹਿੰਦੇ ਹੋਰ ਥੱਲੇ ਆ ਜਾਣੀ ਆ 38,000 ਤੋਂ। ਜੇਕਰ $38,000 ਦੇ ਉੱਤੇ ਆ ਗਈ ਆ, ਤੇ ਇਹਦੇ ਤੋਂ ਵੀ ਥੱਲੇ ਆ ਜਾਊਗੀ, 37,000 ਦੇ ਉੱਤੇ ਆ ਗਈ ਆ, 37,000 ਤੋਂ ਹੋਰ ਥੱਲੇ ਆ ਜਾਊਗੀ। ਪਰ ਇਹ ਇੰਨੀਆਂ ਥੱਲੇ ਨਹੀਂ ਆਉਣੀਆਂ ਕਿ ਦੁਬਾਰਾ 27,000 ਦੇ ਉੱਤੇ ਜਿਹੜੀ ਐਵਰੇਜ ਆਸਕਿੰਗ ਆ ਉਹ ਪਹੁੰਚ ਜਾਵੇ। ਨਵੀਆਂ ਕਾਰਾਂ ਦਾ ਨਾ ਆਉਣਾ, ਪੁਰਾਣੀਆਂ ਦੀ ਡਿਮਾਂਡ ਉਸੇ ਤਰ੍ਹਾਂ ਰਹਿਣੀ। ਸੇਲ ਸਲੋ ਡਾਊਨ ਹੋ ਗਈ ਆ, ਜਿਹੜੀ ਸੇਲ ਸਲੋ ਡਾਊਨ ਆ ਉਹ ਲੱਗਦਾ ਹੈ ਕਿ ਅਗਲੇ ਸਾਲ ਵੀ ਇਸੇ ਤਰ੍ਹਾਂ ਰਹੂਗੀ। ਨਵੀਂ ਜਿਹੜੀ ਵਹੀਕਲ ਦੀ ਸਪਲਾਈ ਆ ਉਹ ਇੰਪਰੂਵ ਹੁੰਦੀ ਨੂੰ ਟਾਈਮ ਲੱਗ ਜਾਣਾ। ਨਵੇਂ ਵਹੀਕਲ ਓਨੇ ਜ਼ਿਆਦਾ ਅਜੇ ਤੱਕ ਨਹੀਂ ਆਏ, ਤੇ ਜਦੋਂ ਉਹ ਮਾਰਕੀਟ ਦੇ ਵਿੱਚ ਆਉਣਗੇ। ਦੂਜੀ ਗੱਲ ਇਹ ਆ ਕਿ ਬਹੁਤੀ ਗੱਲ ਨਿਰਭਰ ਕਰਦੀ ਹੈ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਦੇ ਉੱਤੇ। ਦਸੰਬਰ ਦੇ ਵਿੱਚ ਹੁਣ ਕੀ ਬਣਦਾ ਆ, ਤੇ ਕਿੰਨਾ ਚਿਰ ਇਸੇ ਉੱਤੇ ਰਹਿੰਦੇ ਆ, ਤੇ ਕਦੋਂ ਇਹ ਥੱਲੇ ਆਉਂਦੇ ਆ, ਉਹਦੇ ਉੱਤੇ ਬਹੁਤ ਡਿਪੈਂਡ ਕਰਦਾ ਕਿ ਲੋਕ ਉਹਨੂੰ ਖਰੀਦ ਸਕਦੇ ਆ ਕਾਰ ਨੂੰ ਜਾਂ ਨਹੀਂ। ਜੇਕਰ ਮਾਰਕੀਟ ਦੇ ਵਿੱਚ ਲੋਕ ਜ਼ਿਆਦਾ ਕਾਰਾਂ ਜਿੱਥੇ ਇੱਕ ਪਾਸੇ ਉਹਦੀ ਇਨਵੈਂਟਰੀ ਵੱਧ ਰਹੀ ਆ ਕਿ ਲੋਕ ਖਰੀਦਦੇ ਨਹੀਂ, ਉੱਥੇ ਵੱਧ ਰਹੀ। ਦੂਜੇ ਪਾਸੇ ਲੋਕਾਂ ਕੋਲ ਖਰੀਦਣ ਦੀ ਜਦੋਂ ਤਾਕਤ ਨਹੀਂ ਆ, ਤਾਂ ਉਸ ਵੇਲੇ ਵੀ ਫਿਰ ਇਹਨੂੰ ਵੱਖਰੇ ਤਰੀਕੇ ਦੇ ਨਾਲ ਫਰਕ ਪੈਂਦਾ। ਹਾਇਰ ਜਿਹੜੇ ਮੌਰਗੇਜ ਆ ਉਹਦਾ ਵੀ ਅਸਰ ਇਹਦੇ ਉੱਤੇ ਪੈ ਰਿਹਾ। ਸਪਲਾਈ ਸ਼ਾਰਟੇਜ, ਤੇ ਜਿਹੜੇ ਪੁਰਾਣੇ ਮਾਡਲ ਜਿਨ੍ਹਾਂ ਦੇ ਉੱਤੇ ਬਹੁਤ ਜ਼ਿਆਦਾ ਮਾਈਲੇਜ ਹੈਗੀ ਹੈ, ਜਦੋਂ ਕਾਰਾਂ ਨਹੀਂ ਮਿਲ ਰਹੀਆਂ, ਉਹ ਵੀ ਵੱਧ ਕੀਮਤ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਵਿਕੀਆਂ ਆ। ਤੇ ਇਹ ਕਾਰਾਂ ਦੀਆਂ ਕੀਮਤਾਂ ਘਟਣਗੀਆਂ, ਪਰ ਪਹਿਲਾਂ ਵਰਗੀਆਂ ਜਲਦੀ ਨਹੀਂ ਹੋਣਗੀਆਂ। ਇਹਦੇ ਨਾਲ ਰਲਦੀ ਇੱਕ ਖਬਰ ਇਹ ਆ ਕਿ ਅਸੀਂ ਗਰੋਸਰੀ ਦੇ ਬਾਰੇ ਬਹੁਤ ਵਾਰੀ ਗੱਲਬਾਤ ਕਰਦੇ ਹਾਂ ਕਿ ਕੈਨੇਡਾ ਦੇ ਵਿੱਚ ਗਰੋਸਰੀ ਦੀਆਂ ਕੀਮਤਾਂ ਬਹੁਤ ਵੱਧ ਗਈਆਂ। ਮਹਿੰਗਾਈ ਵਧੀ ਆ, ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਧੀਆਂ, ਪਰ ਗਰੋਸਰੀ ਦੀਆਂ ਕੀਮਤਾਂ ਸਭ ਤੋਂ ਜ਼ਿਆਦਾ ਵਧੀਆਂ। 40 ਸਾਲਾਂ ਦੇ ਵਿੱਚ ਇੰਨੀਆਂ ਕੀਮਤਾਂ ਨਹੀਂ ਸੀ ਵਧੀਆਂ ਜਿੰਨੀਆਂ ਇਸ ਵੇਲੇ ਵੱਧ ਗਈਆਂ। ਤੇ ਹੁਣ ਜਿਹੜੀ ਗੱਲਬਾਤ ਸਾਹਮਣੇ ਇਹ ਆ ਰਹੀ ਆ ਕਿ ਇਹ ਲੋਕ ਆਸ ਕਰਦੇ ਆ ਵੀ ਇਸ ਸਾਲ ਤੱਕ ਚਲੋ ਵੱਧ ਗਈਆਂ। ਹੁਣ ਬੈਂਕ ਆਫ ਕੈਨੇਡਾ ਨੇ ਜਿੰਨੇ ਇੰਟਰਸਟ ਰੇਟ ਵਧਾ ਦਿੱਤੇ ਸੀ, ਇਹਦੇ ਸਾਰੇ ਦੇ ਨਾਲ ਮਹਿੰਗਾਈ ਥੱਲੇ ਆਉਣੀ ਹੈ, ਤੇ ਖਾਣ ਪੀਣ ਦੀਆਂ ਚੀਜ਼ਾਂ ਥੱਲੇ ਆ ਜਾਣੀਆਂ। ਪਰ ਜਿਹੜੇ ਮਾਹਰ ਆ ਉਹ ਸਾਰੇ ਫੈਕਟਰ, ਸਪਲਾਈ ਚੇਨ, ਕੀ ਇੰਟਰਸਟ ਰੇਟ ਆ, ਉਹ ਸਾਰੀ ਟਰਾਂਸਪੋਰਟੇਸ਼ਨ, ਉਹਦਾ ਅੰਦਾਜ਼ਾ ਲਾ ਕੇ ਇਹੀ ਦੱਸਦੇ ਆ ਕਿ ਅਗਲੇ ਸਾਲ ਵੀ ਕੀਮਤਾਂ ਥੱਲੇ ਨਹੀਂ ਆਉਣੀਆਂ। ਜਿਹੜਾ $1,000 ਜ਼ਿਆਦਾ ਜਿੰਨਾ ਤੁਸੀਂ ਗਰੋਸਰੀ ਦੇ ਉੱਤੇ ਪੇ ਕਰਦੇ ਆ, ਐਵਰੇਜ $1,000 ਜ਼ਿਆਦਾ ਮੰਨ ਕੇ ਰੱਖੋ ਕਿ ਤੁਹਾਨੂੰ ਇੱਥੇ ਗਰੋਸਰੀ ਦੇ ਬਿੱਲ ਦੇ ਉੱਤੇ ਇਕੱਲੇ ਦੇਣਾ ਪੈਣਾ ਆ। ਜਿਹੜੀ 2023 ਦੀ ਇੱਕ ਫੂਡ ਪ੍ਰਾਈਸ ਰਿਪੋਰਟ ਆਈ ਆ, ਜਿਹਦੇ ਵਿੱਚ ਐਨੂਅਲ ਪਬਲੀਕੇਸ਼ਨ ਆ ਇਹ ਫੂਡ ਪ੍ਰਾਈਸ ਰਿਪੋਰਟ, ਕੈਨੇਡੀਅਨ ਰਿਸਰਚਰਸ ਇਹਨੂੰ ਪਬਲਿਸ਼ ਕਰਦੇ ਆ, ਜਿਹਦੇ 'ਚੋਂ ਦੇਖਦੇ ਆ ਵੀ ਕਿੰਨਾ ਫੂਡ ਆ, ਕਿੰਨੇ ਪਿੱਛੇ ਫਸਲ ਕਿੰਨੀ ਹੋਈ ਆ, ਕਿੱਥੋਂ ਆ ਰਹੀ, ਗੈਸ ਦੀ ਕੀ ਕੀਮਤ, ਉਹ ਸਾਰਾ ਹਿਸਾਬ ਕਿਤਾਬ ਲਾ ਕੇ ਦੱਸਦੇ ਵੀ ਅਗਲੇ ਸਾਲ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਕੀਮਤ ਘਟ ਜੂਗੀ ਜਾਂ ਵੱਧ ਜੂਗੀ। ਉਹਦੇ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਜਿਹੜਾ ਇੱਕ ਆਮ ਪਰਿਵਾਰ ਆ 4 ਜਣਿਆਂ ਦਾ ਜੀ ਜਿਹਦੇ 'ਚ ਰਹਿੰਦੇ ਆ, ਕੈਨੇਡਾ ਦੇ ਵਿੱਚ $14,000 ਐਵਰੇਜ ਉਹ ਸਾਲ ਦਾ ਖਰਚਦਾ ਗਰੋਸਰੀ ਦੇ ਉੱਤੇ। ਤੇ ਇਹਦੇ ਵਿੱਚ ਹੁਣ $966 ਪਿਛਲੇ ਸਾਲ ਵੱਧ ਗਏ ਸੀ ਉਹਨਾਂ ਦੇ ਸਾਲ ਦੇ ਖਰਚੇ ਦੇ ਵਿੱਚ, ਸਿਰਫ ਖਾਣ ਪੀਣ ਦੀਆਂ ਚੀਜ਼ਾਂ ਖਰੀਦਣ ਦੇ ਵਿੱਚ। ਮਤਲਬ ਜਿਹੜਾ ਪਰਿਵਾਰ $14,000 ਖਰਚਦਾ, ਐਵਰੇਜ 4 ਜਣੇ ਦਾ ਪਰਿਵਾਰ, ਉਹ $14,966 ਉਹਨੇ ਪਿਛਲੇ ਸਾਲ ਖਰਚੇ ਆ। ਤੇ ਇਹ 12 ਸਾਲਾਂ ਦੇ ਵਿੱਚ ਪਹਿਲਾਂ ਕਦੇ ਨਹੀਂ ਸੀ ਇਸ ਤਰੀਕੇ ਨਾਲ ਹੋਇਆ ਕਿ ਇੰਨੀ ਜ਼ਿਆਦਾ ਇੱਕਦਮ ਗਰੋਸਰੀ ਦੀਆਂ ਕੀਮਤਾਂ ਵੱਧ ਗਈਆਂ ਹੋਣ।
ਤੇ 10% ਤੱਕ ਕੀਮਤਾਂ ਜਿਹੜੀਆਂ ਉੱਤੇ ਚਲੇ ਗਈਆਂ ਪਿਛਲੇ ਸਾਲ ਦੇ ਵਿੱਚ ਅਸੀਂ ਜਾਣਦੇ ਹਾਂ। ਤੇ ਹੁਣ ਉਹ ਕਹਿੰਦੇ ਵੀ ਅਗਲੇ ਸਾਲ ਜਿਹੜਾ $14,767 ਐਨੂਅਲ ਗਰੋਸਰੀ ਦੇ ਉੱਤੇ ਫੋਰਕਾਸਟ ਕੀਤਾ ਗਿਆ ਸੀ ਉਹ 15,222 ਦੇ ਵਿੱਚ ਉਹਨੇ ਖਰਚਿਆ। ਤੇ ਮਤਲਬ ਇਹ ਜਿਹੜਾ ਅਲਾਰਮ ਆ ਇੱਕ ਪੂਰੇ ਦਾ ਪੂਰਾ ਕਿ ਅਗਲੇ ਸਾਲ ਵੀ ਜਿਹੜੀਆਂ ਚੀਜ਼ਾਂ ਨੇ ਉਹ ਐਸੇ ਤਰ੍ਹਾਂ ਮਹਿੰਗੀਆਂ ਰਹਿਣੀਆਂ। ਅਜੇ ਤੱਕ ਕੋਈ ਇੱਦਾਂ ਦੀ ਗੱਲਬਾਤ ਨਜ਼ਰ ਨਹੀਂ ਆਈ। ਜਿੰਨਾ ਐਵਰੇਜ ਤੁਹਾਡੀ ਖਰਚਾ ਗਰੋਸਰੀ ਦਾ ਸਾਲ ਦਾ ਸੀਗਾ ਉਹਦੇ 'ਚ $1,000 ਹੋਰ ਜੋੜ ਲਓ, ਇੰਨਾ ਕੁ ਜ਼ਿਆਦਾ ਤੁਹਾਨੂੰ ਘੱਟੋ ਘੱਟ ਪੇ ਕਰਨਾ ਪੈਣਾ ਆ। ਜਿਹੜੀ ਇੱਕ ਫੈਮਿਲੀ 4 ਜਣਿਆਂ ਦੀ ਆ, 2 ਦੇ ਵਿੱਚ ਅਡਲਟ ਆ ਤੇ 2 ਮੰਨ ਲਓ ਅਡੋਲਸੈਂਟ ਹੈਗੇ ਆ, ਉਹ $16,000 ਮੰਨ ਕੇ ਚੱਲੋ ਅਗਲੇ ਸਾਲ ਕਿ ਤੁਹਾਡਾ ਲੱਗੂਗਾ। 4 ਜੀਆਂ ਦੇ ਉੱਤੇ $16,000 ਦੀ ਗਰੋਸਰੀ, $16,288 ਦੀ ਗਰੋਸਰੀ, ਜਿਹਦੇ 'ਚ 2 ਅਡੋਲਸੈਂਟ ਨੇ ਤੇ 2 ਅਡਲਟ ਨੇ। ਉਹਦੇ 'ਚ ਕਹਿੰਦੇ ਇਹ ਇੰਨਾ ਕੁ ਅੰਦਾਜ਼ਾ ਮੰਨ ਕੇ ਚਲੋ 7% ਇਹ ਵਾਧਾ ਆ। ਹਾਲਾਂਕਿ ਸਾਰੇ ਕਿਸਮ ਦਾ ਜਿਹੜਾ ਫੂਡ ਆ ਉਹ ਨਹੀਂ ਇੱਕੋ ਤਰੀਕੇ ਦੇ ਨਾਲ ਉੱਪਰ ਨੂੰ ਗਿਆ। ਜਿਹੜੀਆਂ ਬੇਕਰੀ ਦੀਆਂ ਆਈਟਮ ਸੀ, ਮੀਟ ਸੀ, ਡੇਅਰੀ ਸੀ, ਉਹ ਕਹਿੰਦੇ ਰੇਟ ਦੇ ਇਨਲਾਈਨ ਰਹੂਗਾ। ਪਰ ਇਹਦੇ ਨਾਲ ਜਿਹੜਾ ਫਰੂਟ ਆ ਜਾਂ ਜਿਹੜਾ ਉਹ ਵੈਜੀਟੇਬਲਸ ਨੇ ਉਹ ਚੀਜ਼ਾਂ ਉੱਪਰ ਜਾ ਸਕਦੀਆਂ ਆ। ਵੱਖ-ਵੱਖ ਖਾਣ ਵਾਲੀਆਂ ਚੀਜ਼ਾਂ ਦੀਆਂ ਵੱਖ-ਵੱਖ ਕੀਮਤਾਂ। ਲੋਕਾਂ ਨੇ ਇਸ ਸਾਲ ਬਹੁਤ ਸਫ਼ਰ ਕੀਤਾ ਆ। ਲੋਕ ਸੋਚਦੇ ਆ ਕੁਛ ਵੀ ਖਾਣ ਤੋਂ ਪਹਿਲਾਂ ਬਾਹਰ ਜਾਣਾ ਲੋਕਾਂ ਨੇ ਘਟਾਇਆ। ਅਸੀਂ ਵਾਰ-ਵਾਰ ਇਹ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਇਨਫਲੇਸ਼ਨ ਰੇਟ ਬਹੁਤ ਜ਼ਿਆਦਾ ਆ ਤੇ ਹੁਣ ਇਸ ਵੇਲੇ ਮਤਲਬ ਜਿਹੜੀਆਂ ਮੀਟ ਦੀਆਂ ਕੀਮਤਾਂ ਬਹੁਤ ਵਧੀਆਂ ਪਿਛਲੇ ਸਮੇਂ ਦੇ ਵਿੱਚ, ਔਰ ਉਹਨੇ ਵੀ ਇੱਕ ਸੰਕਟ ਪੈਦਾ ਕੀਤਾ ਲੋਕਾਂ ਦੇ ਵਿੱਚ। ਜਿਹੜੇ ਮੀਟ ਖਾਂਦੇ ਸੀ ਉਹਨਾਂ ਨੇ ਉਹਨੂੰ ਖਾਣਾ ਘਟਾ ਦਿੱਤਾ। ਉੱਧਰ ਜਿਹੜੀ ਰੂਸ ਯੂਕਰੇਨ ਦਾ ਰੌਲਾ ਪਿਆ ਸੀ ਉਹਦੇ ਵਿੱਚ ਫਰਵਰੀ ਦੇ ਵਿੱਚ, ਕਿਉਂਕਿ ਆਇਲ ਤੋਂ ਲੈ ਕੇ ਮਤਲਬ ਤੁਹਾਡੇ ਗ੍ਰੇਨਸ ਤੱਕ ਦੇ ਸਾਰੇ ਕੁਛ ਦੇ ਕਈ ਦਹਾਕਿਆਂ 'ਚ ਇੰਨਾ ਵਾਧਾ ਨਹੀਂ ਸੀ ਹੋਇਆ ਜਿੰਨਾ ਇਸ ਥਾਂ ਦੇ ਉੱਤੇ ਚਲਿਆ ਗਿਆ। ਤੇ ਉਹਦਾ ਵੀ ਇਹਦੇ ਵਿੱਚ ਰੋਲ ਦੱਸਦੇ ਆ। ਤੇ ਉਹ ਲੜਾਈ ਵੀ ਹਜੇ ਉਸੇ ਤਰ੍ਹਾਂ ਜਾਰੀ ਆ। ਮਸਲਾ ਉੱਧਰਲਾ ਵੀ ਹੱਲ ਨਹੀਂ ਹੋਇਆ। ਸਾਰੇ ਫੈਕਟਰ ਧਿਆਨ ਦੇ ਵਿੱਚ ਰੱਖ ਕੇ ਇਹ ਰਿਪੋਰਟ ਕਹਿੰਦੀ ਆ ਕਿ ਅਗਲੇ ਸਾਲ ਵੀ ਹਜੇ ਮਹਿੰਗਾਈ ਨਹੀਂ ਘਟਣੀ। ਇਸੇ ਤਰ੍ਹਾਂ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਕੀਮਤਾਂ ਗਰੋਸਰੀ ਦੇ ਉੱਤੇ ਦੇਣੀਆਂ ਪੈਣਗੀਆਂ। ਕੈਨੇਡਾ ਦੇ ਵਿੱਚ ਕਈ ਵਾਰੀ ਗੱਲਬਾਤ ਕੀਤੀ ਜਾਂਦੀ ਕਿ ਬਹੁਤ ਕੁਛ ਬਾਕੀ ਚੀਜ਼ਾਂ ਨਾਲੋਂ ਮਹਿੰਗਾ, ਜਿਹਦੇ ਵਿੱਚ ਇੱਕ ਅਸੀਂ ਟੈਲੀਫੋਨ ਕਹਿੰਦੇ ਹਾਂ। ਟੈਲੀਫੋਨ ਦਾ ਬਿੱਲ ਕਿਸੇ ਵੀ ਥਾਂ ਦੇ ਉੱਤੇ ਇੰਨਾ ਜ਼ਿਆਦਾ ਨਹੀਂ ਜਿੰਨਾ ਕੈਨੇਡਾ ਦੇ ਵਿੱਚ ਆ। ਤੇ ਇੱਕ ਹੋਰ ਜਿਹੜੀ ਚੀਜ਼ ਸਾਹਮਣੇ ਆਉਂਦੀ, 에ਅਰ ਟਰੈਵਲ। ਦੱਸਦੇ ਆ ਕਿ 에ਅਰ ਟਰੈਵਲ ਜਿੰਨਾ ਕੈਨੇਡਾ ਦੇ ਵਿੱਚ ਮਤਲਬ ਜੇਕਰ 100 ਮੀਲ ਦੇ ਪਿੱਛੇ ਦੇਖਣਾ ਹੋਵੇ, 100 ਕਿਲੋਮੀਟਰ ਦੇ ਕਿੰਨਾ ਤੁਸੀਂ ਪੇ ਕਰਦੇ ਆ, ਕੈਨੇਡੀਅਨ ਸਭ ਤੋਂ ਵੱਧ ਪੇ ਕਰਦੇ ਆ। ਹੁਣ ਇਸ ਮਾਮਲੇ ਦੇ ਵਿੱਚ ਫੈਕਟਰ ਸਾਹਮਣੇ ਆਏ ਆ ਕਿ ਜਿਹੜੇ ਲੋਕ ਬਿਜ਼ਨਸ ਕਰਦੇ, ਜਿਵੇਂ ਵੈਸਟਜੈਟ ਆ, ਉਹ ਮਤਲਬ ਬਿਜ਼ਨਸ ਕਰਦੇ ਏਸ਼ੀਆ ਦੇ ਵਿੱਚ ਵੀ, ਯੂਰਪ ਦੇ ਵਿੱਚ ਵੀ, ਕਾਰਗੋ ਵੀ, ਹੋਰ ਸਮਾਨ ਵੀ ਮਤਲਬ ਦੂਜੀ ਥਾਵਾਂ ਦੇ ਉੱਤੇ ਜਾਂਦੇ ਆ, ਸਾਰਾ ਕੁਛ ਕਰਦੇ ਆ। ਹੁਣ ਇਹ ਸਾਰਾ ਕੁਛ ਜਦੋਂ ਦੇਖਿਆ ਜਾਂਦਾ ਤੇ ਉਹਨੂੰ ਜਦੋਂ ਕੈਨੇਡਾ ਦੇ ਵਿੱਚ ਆ ਕੇ ਦੇਖਦੇ ਆ ਤਾਂ ਇੱਥੇ ਮਤਲਬ ਸਾਹਮਣੇ ਗੱਲਬਾਤ ਜਿਹੜੀ ਸਾਹਮਣੇ ਆਉਂਦੀ ਆ, ਇੱਥੇ ਟਰੈਵਲਿੰਗ ਦੇ ਉੱਤੇ ਜ਼ਿਆਦਾ ਉਨੇ ਦੇ ਉੱਤੇ ਪੈਸਾ ਲੱਗਦਾ ਜਿਹੜੀਆਂ ਯੂਜ਼ਰ ਦੀਆਂ ਫੀਸਾਂ ਨੇ ਇੱਥੇ ਪੈਸੰਜਰ ਪੇ ਕਰਦਾ ਜਾਂ ਏਅਰਲਾਈਨ ਆ ਉਹ ਜ਼ਿਆਦਾ ਆ। ਹੁਣ ਪਤਾ ਨਹੀਂ ਕਹਿੰਦੇ ਇੱਕੋ ਇੱਕ ਸ਼ਾਇਦ ਕੈਨੇਡਾ ਦਾ ਦੇਸ਼ ਆ ਜਿਹੜਾ ਬਹੁਤ ਜ਼ਿਆਦਾ ਐਕਸਪੈਂਸਿਵ ਆ। ਇੱਥੇ ਲੈਂਡਿੰਗ ਫੀਸ ਲੱਗਦੀ ਆ, ਇੱਥੇ ਗੇਟ ਫੀਸ ਆ, ਮਤਲਬ ਜ਼ਿਆਦਾ ਆ ਔਰ ਬਹੁਤ ਜ਼ਿਆਦਾ ਆ ਕਹਿੰਦੇ। ਇਸੇ ਤਰ੍ਹਾਂ ਕਿਸੇ ਵੀ ਹੋਰ ਦੇਸ਼ ਨਾਲੋਂ ਇਸੇ ਤਰ੍ਹਾਂ ਹੀ ਹੋਰ ਜਿਹੜੀਆਂ ਫੀਸਾਂ ਆ ਏਅਰਪੋਰਟ ਦੇ ਉੱਤੇ, ਗੇਟ ਦੀ, ਐਪਰਨ ਯੂਜ਼ ਦੀ, ਸਿਕਿਉਰਿਟੀ ਚੈੱਕ ਦੀ, ਨੈਵੀਗੇਸ਼ਨ ਸਰਵਿਸਿਜ਼ ਦੀ, ਲੈਂਡਿੰਗ ਚਾਰਜਸ ਨੇ, ਟੈਕਸਿਸ ਨੇ, ਏਅਰਪੋਰਟ ਇੰਪਰੂਵਮੈਂਟ ਫੰਡ ਆ, ਮਤਲਬ ਕਿੰਨੇ ਤਰ੍ਹਾਂ ਦੇ ਇੱਥੇ ਟੈਕਸਿਸ ਨੇ ਜਿਹੜੇ ਅਲਟੀਮੇਟਲੀ ਉਹਦੇ ਸਿਰ ਜਿਹੜਾ ਪੈਸੰਜਰ ਆ ਉਹਦੇ ਸਿਰ ਦੇ ਉੱਤੇ ਪੈਂਦੇ ਆ ਤੇ ਉਹ ਇਹਨੂੰ ਦੇਣਾ ਪੈਂਦਾ। ਇਸ ਕਰਕੇ ਉਹ ਕਹਿੰਦੇ ਹੁਣ ਏਅਰ ਟਰੈਵਲ ਇੱਥੇ ਐਡੀ, ਦੂਜੀ ਗੱਲ ਕੈਨੇਡਾ ਐਡੀ ਵੱਡਾ ਦੇਸ਼ ਆ, ਇਹਦੇ ਵਿੱਚ ਏਅਰ ਟਰੈਵਲ ਤੋਂ ਬਿਨਾਂ ਪੋਸੀਬਲ ਹੀ ਨਹੀਂ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਾਣਾ। ਸੋ ਤੁਹਾਨੂੰ ਏਅਰ ਟਰੈਵਲ ਕਰਨਾ ਹੀ ਪਊਗਾ, ਅਦਰਵਾਈਜ਼ ਨਹੀਂ ਤਾਂ ਤੁਸੀਂ ਆਈਸੋਲੇਟ ਰਹਿ ਜਾਓਗੇ। ਯੂਰਪ ਦੇ ਵਿੱਚ ਏਅਰ ਟਰੈਵਲ ਸਸਤਾ ਆ ਇੱਥੋਂ ਦੇ ਹਿਸਾਬ ਨਾਲ। ਇੱਕ ਤਾਂ ਉੱਥੇ ਏਅਰਲਾਈਨ ਐਸਟੈਬਲਿਸ਼ ਹੈਗੀਆਂ ਪਰ ਉਹਨਾਂ ਦਾ ਰੇਲਵੇ ਸਿਸਟਮ ਬਹੁਤ ਮਤਲਬ ਜ਼ਬਰਦਸਤ ਆ। ਉੱਥੇ ਬਹੁਤ ਸੰਘਣੀ ਪਾਪੂਲੇਸ਼ਨ ਆ। ਜਿਹੜੀ ਅਮਰੀਕਾ ਦੇ ਵਿੱਚ ਏਅਰ ਟਰੈਵਲ ਦੀ ਮਾਰਕੀਟ ਆ ਇਹ ਵੀ ਬਹੁਤ ਕੰਪੀਟੀਟਿਵ ਆ, ਪਰ ਇੱਥੇ ਸਾਡੇ ਕੋਲ ਚੋਇਸਿਸ ਹੀ ਹੈ ਨਹੀਂ। ਜਿਹੜੀ ਵੱਡੀ ਮਾਰਕੀਟ ਆ ਜਾਂ ਤਾਂ ਵੈਸਟਜੈਟ ਕੋਲ ਆ ਜਾਂ ਏਅਰ ਕੈਨੇਡਾ ਦੇ ਕੋਲ ਆ। ਹੁਣ ਕੰਪੀਟੀਸ਼ਨ ਨਾ ਹੋਣ ਕਰਕੇ ਇੱਥੇ ਇੱਦਾਂ ਕਹਿ ਲਓ ਵੀ ਮਨਮਰਜ਼ੀ ਦੀਆਂ ਫੀਸਾਂ ਲੱਗ ਰਹੀਆਂ, ਟੈਕਸ ਲੱਗ ਰਹੇ ਆ ਤੇ ਜਿਹੜੇ ਕਿ ਮਹਿੰਗੇ। ਜਿਹੜਾ ਟੋਰਾਂਟੋ ਦਾ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਆ ਸਾਡੇ ਦੇਸ਼ ਦਾ ਸਭ ਤੋਂ ਵੱਡਾ ਜਿਹੜਾ ਏਅਰਪੋਰਟ ਉਹੀ ਆ। ਇਹ ਮਤਲਬ ਸਭ ਤੋਂ ਮਹਿੰਗੇ ਦੁਨੀਆ ਦੇ ਏਅਰਪੋਰਟਾਂ ਦੇ ਵਿੱਚੋਂ ਇੱਕ ਏਅਰਪੋਰਟ ਆ। ਹੁਣ ਉਹ ਮਹਿੰਗੇ ਕਿਉਂ ਆ? ਜਦੋਂ ਉੱਥੇ ਤੁਸੀਂ ਦੇਖਦੇ ਆ ਕਿ ਜਿਹੜਾ ਉਹਨੂੰ ਹੁਣ ਉੱਥੇ ਇਹ ਵੀ ਇੱਕ ਆਹ ਜਿਹੜਾ
ਪੀਅਰਸਨ ਦੇ ਉੱਤੇ ਉਹਨਾਂ ਦੀ ਸਕੀਮ ਇਹ ਆ ਕਿ $5 ਉਹਨਾਂ ਨੇ ਵਧਾ ਦੇਣੇ ਆ ਏਅਰਪੋਰਟ ਯੂਜ਼ੇਜ ਫੀ ਦੇ ਉੱਤੇ ਜਨਵਰੀ 1 ਤੋਂ। ਮਤਲਬ ਜਿਹੜਾ ਪੈਸੰਜਰ ਉੱਥੋਂ ਜਾ ਰਿਹਾ ਆ ਉਹਦੇ ਉੱਤੇ $40 ਦਾ ਹੋਰ ਟੈਕਸ ਲੱਗ ਜਾਣਾ। ਮਤਲਬ ਇਹਦਾ ਹੁਣ ਜਿਹੜੇ ਉਹਨਾਂ ਦੇ ਜਦੋਂ ਤੁਸੀਂ ਇਹਨੂੰ ਹੋਰ ਏਅਰਪੋਰਟ ਦੇ ਨਾਲ ਜੋੜ ਕੇ ਦੇਖਦੇ ਆ ਜਾਂ ਬਾਕੀ ਦੇਸ਼ਾਂ ਦੇ ਨਾਲ ਦੇਖਦੇ ਆ ਤੇ ਜਿਹੜਾ ਬਹੁਤ ਜ਼ਿਆਦਾ ਇਸ ਥਾਂ ਦੇ ਉੱਤੇ ਇਹ ਜਿਹੜੇ ਚਾਰਜਸ ਨੇ ਸਾਰੇ ਜਦੋਂ ਰਲਾ ਕੇ ਦੇਖਦੇ ਆ ਤਾਂ ਬਹੁਤ ਜ਼ਿਆਦਾ ਹੋ ਜਾਂਦੇ ਆ। ਇਹਦਾ ਦਾ ਐਨਾਲਾਈਜ਼ ਕੀਤਾ ਜਾਂਦਾ ਆ। ਜਿਹੜੀ $40 ਦੀ ਟੋਰਾਂਟੋ ਪੀਅਰਸਨ ਏਅਰਪੋਰਟ ਦੇ ਉੱਤੇ ਏਅਰਪੋਰਟ ਇੰਪਰੂਵਮੈਂਟ ਫੀਸ ਜਿਹੜਾ ਡਿਪਾਰਟ ਕਰ ਰਿਹਾ ਉੱਥੋਂ ਪੈਸੰਜਰ ਜਾ ਰਿਹਾ ਆ, ਇਹ ਹੁਣ ਅਮਰੀਕਾ ਦੇ ਨਾਲ ਜਦੋਂ ਇਹਦੀ ਤੁਲਨਾ ਕਰਕੇ ਦੇਖਦੇ ਆ ਤਾਂ ਉੱਥੇ $4.5 ਆ। $4.5 ਆਪਣੇ ਮਤਲਬ 6 ਕੈਨੇਡੀਅਨ ਡਾਲਰ ਬਣ ਗਏ। ਮਤਲਬ ਅਮਰੀਕਾ ਦੇ ਵਿੱਚ ਜਦੋਂ ਤੁਸੀਂ ਉਹ ਕਿਸੇ ਏਅਰਪੋਰਟ ਤੋਂ ਜਾਂਦੇ ਤਾਂ ਉੱਥੇ ਏਅਰਪੋਰਟ ਦੀ ਜਿਹੜੀ ਇੰਪਰੂਵਮੈਂਟ ਫੀਸ ਆ $6 ਆ, ਸਾਡੇ ਟੋਰਾਂਟੋ ਦੇ ਵਿੱਚ $40 ਆ। ਇੱਥੇ ਫਰਕ ਪੈ ਰਿਹਾ ਇਹਨਾਂ ਚੀਜ਼ਾਂ ਦਾ। ਜਿਹੜੀਆਂ ਬਾਕੀ ਜਿਹੜੇ ਇਹਦੇ ਐਡੀਸ਼ਨਲ ਜਿਹੜੀ ਫੈਡਰਲ ਗੌਰਮੈਂਟ ਦੇ ਚਾਰਜਸ ਨੇ ਸਿਕਿਉਰਿਟੀ ਚੈੱਕ ਦੇ ਲਈ, ਉਹ $25 ਤੇ 91 ਸੈਂਟ ਇੱਥੇ ਪਰ ਪੈਸੰਜਰ ਲਏ ਜਾਂਦੇ ਆ ਕੈਨੇਡਾ ਦੇ ਵਿੱਚ, ਮਤਲਬ $26। ਹੁਣ ਇਹਨੂੰ ਮੁਕਾਬਲਾ ਕਰਕੇ ਦੇਖੋ ਅਮਰੀਕਾ ਦੇ ਨਾਲ, ਉੱਥੇ $5 ਤੇ 60 ਸੈਂਟ ਆ, ਮਤਲਬ ਜਿਹੜੇ $7.5 ਆਪਣੇ ਕੈਨੇਡਾ ਦੇ। ਇੱਕ ਪਾਸੇ $7.5 ਕੈਨੇਡਾ ਦੇ ਵਿੱਚ ਉਹ ਮਤਲਬ ਅਮਰੀਕਾ ਦੇ ਵਿੱਚ ਸਿਕਿਉਰਿਟੀ ਚੈੱਕ ਦੇ $7.5 ਲੈ ਰਹੇ ਆ, ਇੱਥੇ $26 ਦੇ ਕਰੀਬ ਲੈ ਰਹੇ ਆ। ਹੁਣ ਇਹ ਸਾਰਾ ਜਿਹੜਾ ਖਰਚਾ ਆ, ਜੇ ਇੱਕ ਪਾਸੇ $5 ਆ, ਇੱਥੇ 40 ਆ, ਉੱਥੇ 7 ਆ ਤੇ ਇੱਥੇ ਜਿਹੜੇ $26 ਆ, ਇਹ ਸਾਰਾ ਪੈ ਪੈਸੰਜਰ ਦੇ ਸਿਰ ਤੇ ਹੀ ਰਿਹਾ। ਇਹਨਾਂ ਕਾਰਨਾਂ ਕਰਕੇ ਕੈਨੇਡਾ ਦੇ ਵਿੱਚ ਜਿਹੜਾ ਏਅਰ ਟਰੈਵਲ ਆ ਉਹ ਬਾਕੀ ਦੇਸ਼ਾਂ ਦੇ ਨਾਲੋਂ ਕਾਫੀ ਜ਼ਿਆਦਾ ਮਹਿੰਗਾ ਆ। ਇਸੇ ਤਰ੍ਹਾਂ ਹੀ ਜਿਹੜੀਆਂ ਦੂਜੇ ਕੈਨੇਡਾ ਦੀਆਂ ਏਅਰਪੋਰਟਸ ਨੇ ਉਹਨਾਂ ਨੇ ਵੀ ਪੈਸੰਜਰ ਫੀਸ ਜਿਹੜੀ ਕੋਵਿਡ ਦੇ ਦੌਰਾਨ ਵਧਾਈ ਆ। ਸੇਂਟ ਜੋਨਸ ਦੇ ਵਿੱਚ ਜਿਹੜੀ ਉਹਨਾਂ ਨੇ ਆਪਣੀ ਫੀਸ ਆ 2021 ਦੇ ਵਿੱਚ ਜਿਹੜੀ $7 ਸੀ ਉਹਨੂੰ $7 ਤੋਂ ਵਧਾ ਕੇ $42 ਕਰ ਦਿੱਤਾ। ਵਿਨੀਪੈਗ ਦਾ ਜਿਹੜਾ ਏਅਰਪੋਰਟ ਆ, ਇਹਨਾਂ ਨੇ ਆਪਣਾ ਜਿਹੜਾ ਯੂਜ਼ੇਜ ਚਾਰਜਸ ਨੇ ਜਿਹਨੂੰ ਏਅਰਪੋਰਟ ਇੰਪਰੂਵਮੈਂਟ ਫੀਸ ਕਹਿੰਦੇ ਆ, ਉਹ $13 ਤੋਂ ਵਧਾ ਕੇ $38 ਕਰ ਦਿੱਤੀ ਹੈ। ਵੈਨਕੂਵਰ ਨੇ ਏਅਰਪੋਰਟ ਇੰਪਰੂਵਮੈਂਟ ਫੀਸ $5 ਤੋਂ ਵਧਾ ਕੇ $25 ਪਰ ਪੈਸੰਜਰ ਕਰ ਦਿੱਤੀ ਆ। ਤੇ ਹੁਣ ਇਹ ਸਾਰੇ ਫੈਕਟਰ ਉਹਨਾਂ ਨੇ ਕੱਢ ਕੇ ਦੱਸੇ ਆ ਕਿ ਅਸਲ ਦੇ ਵਿੱਚ ਇਹ ਜ਼ਿੰਮੇਵਾਰ ਨੇ ਕੈਨੇਡਾ ਦੇ ਵਿੱਚ। ਹਾਲਾਂਕਿ ਬਹੁਤ ਸਾਰੀਆਂ ਪਾਰਟੀਆਂ ਸਰਕਾਰ ਨੂੰ ਕਹਿੰਦੀਆਂ ਕਿ ਸਾਨੂੰ ਇਹ ਚੀਜ਼ਾਂ ਸਸਤੀਆਂ ਮਿਲਣੀਆਂ ਚਾਹੀਦੀਆਂ। ਜਿਹੜੇ ਫੋਨ ਬਿਲਸ ਨੇ ਉਹਦੇ ਉੱਤੇ NDP ਨੇ ਬਹੁਤ ਜ਼ਿਆਦਾ ਜਿਹੜੀ ਗੱਲਬਾਤ ਕੀਤੀ ਆ, ਪ੍ਰੈਸ਼ਰ ਪਾਇਆ ਕਿ ਇਹਨਾਂ ਨੂੰ ਘੱਟ ਕੀਤਾ ਜਾਵੇ। ਇਸੇ ਤਰ੍ਹਾਂ ਹੀ ਹੁਣ ਜਿਹੜਾ ਏਅਰ ਟਰੈਵਲ ਆ ਇਹਦੇ ਉੱਤੇ ਵੀ ਇਹ ਫੀਸਾਂ ਕਿਉਂ ਜ਼ਿਆਦਾ ਨੇ, ਕਿਉਂ ਜਿਹੜਾ ਇੱਕ ਸਫ਼ਰ ਕਰਨ ਵਾਲਾ ਬੰਦਾ ਆ ਉਹਦੇ ਉੱਤੇ ਕੈਨੇਡਾ ਦੇ ਵਿੱਚ ਜ਼ਿਆਦਾ ਬੋਝ ਪੈ ਰਿਹਾ ਆ, ਜਦੋਂ ਕਿ ਉਹਦੇ ਮੁਕਾਬਲੇ ਜਿਹੜੀਆਂ ਬਾਕੀ ਐਡਵਾਂਸ ਕੰਟਰੀਜ਼ ਨੇ ਜਾਂ ਬਾਕੀ ਜਿਹੜੀਆਂ ਡਿਵੈਲਪਡ ਕੰਟਰੀਜ਼ ਨੇ ਉਹਨਾਂ ਦੇ ਉੱਤੇ ਇਹਦਾ ਅਸਰ ਉਸ ਤਰੀਕੇ ਦੇ ਨਾਲ ਉਨਾ ਜ਼ਿਆਦਾ ਨਹੀਂ ਆ। ਕੀ ਇੱਥੇ ਮੋਨੋਪਲੀ ਆ ਸਿਰਫ 2 ਏਅਰਲਾਈਨਸ ਦੀ, ਇਸੇ ਕਰਕੇ ਇਹ ਸਾਰਾ ਇਹਨਾਂ ਨੂੰ ਲੋਕਾਂ ਨੂੰ ਜ਼ਿਆਦਾ ਭੁਗਤਣਾ ਪੈ ਰਿਹਾ ਜਾਂ ਇੱਥੇ ਕੰਪੀਟੀਸ਼ਨ ਹੋਰ ਵਧਣਾ ਚਾਹੀਦਾ। ਇਹ ਬਹੁਤ ਸਾਰੀਆਂ ਗੱਲਾਂ ਬਾਤਾਂ ਇਸ ਵੇਲੇ ਸਾਹਮਣੇ ਆ ਰਹੀਆਂ। ਚੀਨ ਦੇ ਵਿੱਚ ਤੁਹਾਨੂੰ ਪਤਾ ਕਿ 0 ਕੋਵਿਡ ਲੋਕਡਾਊਨ ਪੋਲਿਸੀ ਆ, ਸਖਤੀ ਉੱਥੇ ਬਹੁਤ ਆ। ਜੇ ਕਿਸੇ ਨੂੰ ਕੋਵਿਡ ਹੋ ਜਾਂਦਾ ਤਾਂ ਉਹਨੂੰ ਕ੍ਰੇਨ ਦੇ ਨਾਲ ਚੱਕ ਕੇ ਦੂਜੇ ਪਾਸੇ ਲੈ ਕੇ ਜਾਂਦੇ ਆ। ਬਹੁਤ ਸਾਰੀਆਂ ਖਬਰਾਂ ਆਪਾਂ ਰੋਜ਼ ਸੁਣਦੇ ਆ। ਹੁਣ ਇਹਨੂੰ ਦੂਜੀ ਇੱਕ ਹੋਰ ਚੀਜ਼ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ, ਚੀਨ ਤੋਂ ਕੈਨੇਡਾ ਆ ਰਹੇ ਲੋਕ। ਜਿਹੜੀ ਇਮੀਗ੍ਰੇਸ਼ਨ ਆ, ਪਿਛਲੇ ਹਫ਼ਤਿਆਂ ਦੇ ਵਿੱਚ ਇਮੀਗ੍ਰੇਸ਼ਨ ਐਕਸਪਰਟ ਇਹ ਕਹਿ ਰਹੇ ਆ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੇ ਲੋਕ ਚੀਨ ਤੋਂ ਕੈਨੇਡਾ ਆਉਣਾ ਚਾਹੁੰਦੇ ਆ ਉਹਨਾਂ ਦੀ ਦਿਲਚਸਪੀ ਕੈਨੇਡਾ ਦੇ ਵਿੱਚ ਬਹੁਤ ਵੱਧ ਗਈ ਆ। ਤੇ ਉਹ ਰੈਕਡ ਨੰਬਰ ਇਸ ਵੇਲੇ ਦੱਸਦੇ ਕਿ ਪਹਿਲਾਂ ਕਦੇ ਇੱਦਾਂ ਨਹੀਂ ਹੋਇਆ ਕਿ ਚੀਨ ਤੋਂ ਲੋਕ ਇੱਧਰ ਇੰਨੇ ਤਰੀਕੇ ਨਾਲ ਆਉਣਾ ਚਾਹੁਣ। ਚੀਨੀ ਭਾਈਚਾਰੇ ਦੀ ਬਹੁਤ ਸਾਰੀ ਇੱਥੇ ਵੱਡੀ ਗਿਣਤੀ ਆ। ਬਹੁਤ ਸਾਰੇ ਲੋਕ ਚੀਨ ਤੋਂ ਕੈਨੇਡਾ ਦੇ ਵਿੱਚ ਆਏ ਆ, ਬੜੇ ਲੰਬੇ ਸਮੇਂ ਤੋਂ ਆ ਵੀ ਰਹੇ ਆ। ਪਰ ਹੁਣ ਕਹਿੰਦੇ ਇਹ ਪੀਕ ਨੂੰ ਹਿੱਟ ਕਰ ਗਈ ਹੈ। ਜਿਹੜੀ ਕੈਨੇਡੀਅਨ ਇੰਪਰੂਵਮੈਂਟ ਜਿਹੜੀ ਸਟੈਟਿਸਟਿਕਸ ਹੈਗੀ ਆ ਉਹ ਦੱਸਦੀ ਆ, ਇਮੀਗ੍ਰੇਸ਼ਨ ਕੰਸਲਟੈਂਟਸ ਦੀ ਰਿਪੋਰਟ ਦੱਸਦੀ ਆ। ਵੈਨਕੂਵਰ ਦੇ ਕੁਝ ਜਿਹੜੇ ਇਮੀਗ੍ਰੇਸ਼ਨ ਲਾਇਰ ਨੇ ਉਹ ਦੱਸਦੇ ਨੇ ਕਿ ਅਸਲ ਦੇ ਵਿੱਚ ਕੋਵਿਡ ਦੀਆਂ ਰੈਸਟ੍ਰਿਕਸ਼ਨਸ ਜਿਹੜੀਆਂ ਚੀਨ ਦੇ ਵਿੱਚ ਲੱਗੀਆਂ, 0 ਕੋਵਿਡ ਪੋਲਿਸੀ, ਉਹਦੇ ਕਰਕੇ ਬਹੁਤ ਸਾਰੇ ਲੋਕ ਉੱਥੋਂ ਭੱਜਣਾ ਚਾਹੁੰਦੇ ਆ। ਚੀਨ ਦੁਨੀਆ ਦੀ ਦੂਜੀ ਵੱਡੀ ਤਾਕਤ ਮੰਨਿਆ ਜਾ ਰਿਹਾ ਇਸ ਵੇਲੇ। ਅਮਰੀਕਾ ਤੋਂ ਬਾਅਦ ਇਹਦੀ ਟੱਕਰ ਅਮਰੀਕਾ ਦੇ ਨਾਲ ਆ ਕਿ ਚੀਨ ਵੱਡਾ ਆ ਕਿ ਅਮਰੀਕਾ ਵੱਡਾ ਆ। ਚੀਨ ਨੇ ਸਾਰੀ ਦੁਨੀਆ ਨੂੰ ਆਪਣੇ ਉੱਤੇ ਡਿਪੈਂਡੈਂਟ ਵੀ ਕੀਤਾ ਹੈ। ਕੋਵਿਡ ਦੇ ਵਿੱਚ ਵੀ ਇਹ ਸਾਰੀ ਗੱਲਬਾਤ ਸਾਹਮਣੇ ਆਈ। ਚੀਨ ਤੋਂ ਬਿਨਾਂ ਨਾ ਅਮਰੀਕਾ ਦਾ ਸਰਦਾ ਸੀ, ਨਾ ਕੈਨੇਡਾ ਦਾ ਸਰਦਾ ਸੀ। ਚਾਹੇ N95 ਮਾਸਕ ਸੀ, ਚਾਹੇ ਕੁਛ ਵੀ ਚੀਜ਼ ਸੀਗੀ, ਉਹ ਸਾਰੀ ਦੀ ਸਾਰੀ ਚੀਨ ਦੇ ਉੱਤੇ ਡਿਪੈਂਡ ਕਰਦੀ ਸੀ ਅਤੇ ਉੱਧਰੋਂ ਹੀ ਸਾਰਾ ਕੁਛ ਇੱਧਰ ਆਉਂਦਾ ਸੀ। ਪਰ ਫਿਰ ਵੀ ਕਿਉਂਕਿ ਉੱਥੇ ਲੋਕਾਂ ਦੀ ਰਹਿਣ ਦੀਆਂ ਹਾਲਤਾਂ ਇੰਨੀਆਂ ਜ਼ਿਆਦਾ ਠੀਕ ਨਹੀਂ ਆ,
इस करके वो लोग चीन नूं छड्ड के बाहर आउणा चाहुंदे आ, भावें उत्थों दे अमीर भी आ। दूजा उत्थों का जिहड़ा सरकार का काम करन दा तरीका आ, शी जिनपिंग की सरकार इस वेले सीधा सीधा धक्का कर रही है, डिकटेटरशिप पॉलिसी है उन्हों की, तो वो कुछ भी नहीं सुन रहा किसी की, तो ये चीज़ आम व्यक्ति के लिए उत्थे ठीक नहीं है, तो वह बंदा उत्थे बाहर निकलना चाहता। कहते कि जड़ियाँ 20 सालों के इन्नी लोग चीन छड्डण बारे नहीं सी सोच रहे जिन्ने इस वेले सोच रहे अपने बच्चों की एजुकेशन बारे, साफ सुथरी हवा बारे, जां जिहड़ा हैल्थीयर लाइफ स्टाइल आ, बोलण की आज़ादी आ, ये सारे कुछ दे विच जिहड़ी परमानेंट रेजिडेंट एडमिशन आ चीन तो इत्थे जुलाई तो सितंबर वाले क्वार्टर दे विच 9925 तक पहुंची सीगी। ऑनलाइन स्टैटिस्टिक्स जिहड़ी इमीग्रेशन रिफ्यूजी एंड सिटीजनशिप कैनेडा की दस रही है। सो वो जिहड़ा क्वार्टर सीगा जुलाई तो लैके सितंबर तक 9925 मतलब 10,000 के करीब सीगी। ਇਹਦਾ मतलब आ कि ये ट्रिपल हो गई ਪੈਂਡੈਮਿਕ ਜਿਹੜੇ लो ਸੀਗੀ जिस ਵੇਲੇ 2980 ਉਹਦੇ ਤੋਂ ਸੇਮ ਕੁਆਟਰ ਦੇ ਵਿੱਚ 2020 ਦੇ ਵਿੱਚ। ਸੋ ਇਹ ਨੰਬਰ ਲਗਾਤਾਰ ਜਿਹੜਾ ਇੱਕਦਮ ਵਧਿਆ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿੱਦਾਂ ਲੋਕ ਪੁੱਛ ਰਹੇ ਆ, ਕਿਉਂਕਿ ਲੋਕ ਇਹਦੇ ਬਾਰੇ ਪਤਾ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਹੁਣ ਇਹ ਜਾਣ ਦਾ ਤਰੀਕਾ ਕੀ ਹੈ, ਕੈਨੇਡਾ 'ਚ ਪੱਕੇ ਕਿੱਦਾਂ ਹੋਇਆ ਜਾ ਸਕਦਾ। ਚੀਨ ਦੇ ਵਾਲੇ ਪਾਸੇ ਇਨਕੁਆਇਰੀਆਂ ਬਹੁਤ ਜ਼ਿਆਦਾ ਲੋਕ ਇੱਧਰਲੇ ਪਾਸੇ ਕਰਨ ਲੱਗ ਪਏ ਆ। ਲੋਕ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਤੋਂ ਬਹੁਤਾ ਖੁਸ਼ ਨਹੀਂ ਆ, ਨਿਕਲਣਾ ਚਾਹੁੰਦੇ ਆ ਉੱਥੇ, ਤੇ ਖਾਸ ਤੌਰ ਦੇ ਉੱਤੇ ਜਿਹੜੀ ਹੁਣ ਜਿਹੜੀ ਚੀਜ਼ ਨੇ ਲੋਕਾਂ ਨੂੰ ਡਰਾਇਆ ਉਹ ਸਿੱਧੀ ਸਿੱਧੀ ਉਹਨਾਂ ਦੀ ਜ਼ੀਰੋ ਕੋਵਿਡ ਪੋਲਿਸੀ ਆ। ਬਹੁਤ ਸਾਰਾ ਭਾਈਚਾਰਾ ਰਿਚਮੰਡ ਤੇ ਉਹਦੇ ਇਲਾਕਿਆਂ ਦੇ ਵਿੱਚ ਚੀਨੀ ਮੂਲ ਦਾ ਭਾਈਚਾਰਾ ਰਹਿੰਦਾ ਆ। ਉਹਨਾਂ ਦੇ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਉਸ ਭਾਈਚਾਰੇ ਦੇ ਵਿੱਚ ਉਹ ਦੱਸ ਰਹੇ ਆ ਕਿ ਬਹੁਤ ਸਾਰੇ ਲੋਕ ਹੁਣ ਵੱਡੀ ਪੱਧਰ ਦੇ ਉੱਤੇ ਚੀਨ ਦੇ ਵਿੱਚੋਂ ਨਿਕਲ ਕੇ ਕੈਨੇਡਾ ਦੇ ਵਿੱਚ ਆਉਣਗੇ। ਜਿਹੜਾ ਉਹਨਾਂ ਦਾ ਚੀਨ ਦਾ ਕੰਮ ਕਰਨ ਦਾ ਸਟਾਈਲ ਆ, ਉਹਨਾਂ ਦਾ ਜਿਹੜਾ ਢੰਗ ਤਰੀਕਾ ਆ ਸਰਕਾਰ ਦਾ, ਲੋਕ ਉੱਥੇ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦੇ। ਦੁਨੀਆ ਦੀ ਇੱਕ ਵੱਡੀ ਤਾਕਤ ਹੋਣ ਦੇ ਬਾਵਜੂਦ ਵੀ ਉੱਥੋਂ ਦੇ ਲੋਕ ਨਿਕਲ ਕੇ ਕੈਨੇਡਾ ਦੇ ਵਿੱਚ ਵਸਣ ਨੂੰ ਤਰਜੀਹ ਦੇ ਰਹੇ ਆ, ਔਰ ਇਹ ਇਸ ਤਰ੍ਹਾਂ ਦੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਵਧੀ। ਘਰਾਂ ਦੇ ਰੈਂਟ ਵਧਾਉਣ ਦੇ ਲਈ ਕੁਝ ਸੂਬਿਆਂ ਦੇ ਵਿੱਚ ਕਾਨੂੰਨ ਆ ਕਿ ਤੁਸੀਂ ਇਹ ਤੋਂ ਜ਼ਿਆਦਾ ਰੈਂਟ ਨਹੀਂ ਵਧਾ ਸਕਦੇ, ਪਰ ਕੁਝ ਸੂਬਿਆਂ ਦੇ ਵਿੱਚ ਇਹ ਕਾਨੂੰਨ ਨਹੀਂ ਆ। ਅਲਬਰਟਾ ਦੇ ਵਿੱਚ ਲੋਕ ਸਫ਼ਰ ਕਰ ਰਹੇ ਨੇ। ਕੈਲਗਰੀ ਦੀ ਇੱਕ ਔਰਤ ਆ, ਉਹਨੇ ਰੈਂਟਲ ਕੰਟਰੋਲ ਦੀ ਗੱਲਬਾਤ ਕੀਤੀ ਹੈ, ਸਰਕਾਰ ਨੂੰ ਕਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਦੇ ਲਈ ਕੋਈ ਨਿਯਮ ਲਿਆਂਦਾ ਜਾਵੇ, ਕੋਈ ਕਾਨੂੰਨ ਲਿਆਂਦਾ ਜਾਵੇ, ਕਿਉਂਕਿ ਉਹਦਾ ਲੈਂਡਲੋਰਡ ਜਿਹੜਾ ਉਹਦਾ ਕਿਰਾਇਆ ਆ ਇੱਕਦਮ ਵਧਾ ਰਿਹਾ ਲਗਭਗ 20% ਕੁਛ ਮਹੀਨਿਆਂ ਦੇ ਵਿੱਚ ਹੀ। ਉਹ ਕਹਿੰਦੇ ਵੀ ਅਨਐਕਸੈਪਟੇਬਲ ਆ ਮੇਰੇ ਲਈ। ਕੈਲਗਰੀ ਦੇ ਵਿੱਚ ਉਹ ਰਹਿੰਦੀ ਆ ਤੇ ਉਹਦਾ ਬੇਸਮੈਂਟ ਦਾ ਕਿਰਾਇਆ $200 ਇਸ ਵੇਲੇ ਵੱਧ ਰਿਹਾ। ਉਹ ਕਹਿੰਦੀ ਵੀ ਜਿਹੜਾ ਮੈਂ ਅਫੋਰਡ ਨਹੀਂ ਕਰ ਸਕਦੀ। ਮਹਿੰਗਾਈ ਇੰਨੀ ਜ਼ਿਆਦਾ ਆ, ਤੁਹਾਨੂੰ ਪਤਾ ਅਲਬਰਟਾ ਦੇ ਵਿੱਚ ਲੋਕਾਂ ਨੇ ਆਪਣੀ ਕੋਸਟ ਘੱਟ ਕਰਨੀ ਸ਼ੁਰੂ ਕਰ ਦਿੱਤੀ ਹੈ, ਡਰਾਈਵਿੰਗ ਘੱਟ ਕਰ ਦਿੱਤੀ ਆ। ਆਪਾਂ ਬਹੁਤ ਵਾਰੀ ਖਬਰਾਂ ਕੀਤੀਆਂ, ਗਰੋਸਰੀ ਸਟੋਰਸ ਵਿੱਚ ਕਰਨੇ ਸ਼ੁਰੂ ਕਰ ਦਿੱਤੇ ਆ। ਐਸੇ ਤਰ੍ਹਾਂ ਹੀ ਇਹਨੇ ਸੋਚਿਆ ਕਿ ਮੈਨੂੰ ਸਸਤੀ ਬੇਸਮੈਂਟ ਲੈ ਲੈਣੀ ਚਾਹੀਦੀ ਹੈ, ਮੈਂ ਡਾਊਨ ਸਾਈਜ਼ ਕਰ ਲਾਂ। ਉਹ ਕਹਿੰਦੀ ਮੈਂ ਆਪਣੇ 3 ਬੈਡਰੂਮ ਵਾਲੀ ਬੇਸਮੈਂਟ ਦੇ ਵਿੱਚ ਰਹਿੰਦੀ ਸੀ ਅਤੇ ਮੈਨੂੰ 3 ਬੈਡਰੂਮ ਚਾਹੀਦੇ ਨਹੀਂ। ਉਹ ਕਹਿੰਦੀ ਮੈਂ ਸਿੰਗਲ ਮੌਮ ਆ ਅਤੇ ਇੱਕ ਮੇਰਾ ਬੇਟਾ ਆ, ਅਤੇ ਮੈਂ ਸੋਚਿਆ ਮੈਂ ਡਾਊਨ ਸਾਈਜ਼ ਕਰਕੇ 2 ਬੈਡਰੂਮ ਵਾਲੀ ਬੇਸਮੈਂਟ ਸੂਈਟ ਦੇ ਵਿੱਚ ਚਲੇ ਜਾਂਦੀ ਹਾਂ ਅਤੇ ਉਹਦੇ ਨਾਲ ਮੇਰੇ 4 ਪੈਸੇ ਬਚ ਜਾਣਗੇ। ਉਹ ਕਹਿੰਦੇ ਉਹ ਚਲੇ ਗਈ ਉੱਥੇ, ਜਿਹੜਾ ਸਾਰਾ ਕੁਛ ਕਰ ਲਿਆ, ਅਤੇ ਜਿਹੜਾ ਲੈਂਡਲੋਰਡ ਸੀਗਾ ਉਹ ਕਹਿੰਦਾ ਵੀ ਮੈਂ ਪਲਾਨ ਵੀ ਉਹਨੂੰ ਪਤਾ ਨਹੀਂ ਸੀ ਕਿ ਉਹ ਪਲਾਨ ਕਰ ਰਿਹਾ ਕਿ ਮੈਂ ਇਹਦਾ 20% ਰੈਂਟ ਵਧਾ ਦੇਣਾ। ਉਹ ਕਹਿੰਦੀ ਬੇਸਮੈਂਟ ਸੂਈਟ ਦੇ ਲਈ $200 ਵਧਾ ਦੇਣਾ ਇਹ ਬਹੁਤ ਜ਼ਿਆਦਾ ਆ। ਉਹ ਕਹਿੰਦੀ ਮੈਂ ਮਤਲਬ 3 ਮਹੀਨਿਆਂ ਦੇ ਬਾਅਦ ਜਦੋਂ ਇੱਥੇ ਮੂਵ ਕੀਤੀ ਆ, ਉਹ ਕਹਿੰਦੀ ਮੈਂ ਸੋਚਿਆ ਨਹੀਂ ਸੀ ਇਹਦੇ ਬਾਰੇ ਵੀ ਇਹਦਾ ਰੈਂਟ ਵੀ ਉਹਨੇ ਓਨਾ ਹੀ ਕਰ ਦੇਣਾ ਅਤੇ ਮੈਨੂੰ ਮੂਵ ਹੋਣ ਦਾ ਕੋਈ ਫਾਇਦਾ ਨਹੀਂ ਹੋਣਾ। ਕਹਿੰਦੇ ਉਹ ਜਿਹੜਾ ਵਿਅਕਤੀ ਸੀਗਾ ਉਹ ਕਹਿੰਦਾ ਕਿ ਜਿਹੜਾ ਲੈਂਡਲੋਰਡ ਸੀ ਵੀ ਮੈਂ ਘਰ ਵੇਚ ਦੇਣਾ, ਇਸ ਕਰਕੇ ਤੂੰ ਮੰਥ ਟੂ ਮੰਥ ਜਿਹੜੀ ਆ ਲੀਜ਼ ਮੇਰੇ ਨਾਲ ਉਹ ਰੱਖ। ਅਤੇ ਪਰ ਉਹ ਕਹਿੰਦੇ ਵੀ ਮੈਨੂੰ ਇੰਨਾ ਨਹੀਂ ਸੀ ਪਤਾ ਕਿ ਇੰਨਾ ਰੈਂਟ ਵੱਧ ਜਾਣਾ। ਅਤੇ ਹੁਣ ਉਹ ਕਹਿੰਦੀ ਮੈਂ ਰਿਅਲਾਈਜ਼ ਕੀਤਾ ਆ ਇਸ ਗੱਲ ਨੂੰ ਕਿ ਇਹ ਮੇਰੇ ਲਈ ਪੋਸੀਬਲ ਨਹੀਂ ਆ। ਅਲਬਰਟਾ ਦੇ ਵਿੱਚ ਜਿਹੜੀ ਰੈਂਟ ਕੰਟਰੋਲ ਪ੍ਰੀਵੈਂਟਿੰਗ ਜਿਹੜੀ ਆ ਇਸ ਤਰੀਕੇ ਦੇ ਨਾਲ ਨਹੀਂ ਆ ਵੀ ਇੱਦਾਂ ਰੈਂਟ ਵਧਾਉਣ ਤੋਂ ਕੋਈ ਹੈ ਨਹੀਂ ਉੱਥੇ। ਕੁਛ ਪ੍ਰੋਵਿੰਸ ਜਿਵੇਂ ontario ਆ, ਇੱਥੇ BC ਆ, ਉਹਨਾਂ ਦੇ ਵਿੱਚ ਲਿਮਿਟ ਹੈਗੀ ਆ ਕਿ ਤੁਸੀਂ ਜਿਹੜਾ ਰੈਂਟ ਆ ਕਿੰਨਾ ਰੇਜ਼ ਕਰ ਸਕਦੇ ਆ। ਅਤੇ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਦੇ ਕਿਰਾਇਆਂ ਦੇ ਵਿੱਚ ਬੇਤਹਾਸ਼ਾ ਵਾਧਾ ਕਰ ਰਿਹਾ ਲੈਂਡਲੋਰਡ, ਉਹ ਮੰਗ ਕਰ ਰਿਹਾ ਕਿ ਕੁਛ ਨਾ ਕੁਛ ਅਲਬਰਟਾ ਦੇ ਵਿੱਚ ਇੱਦਾਂ ਦਾ ਹੋਣਾ ਚਾਹੀਦਾ ਜਿਹਦੇ ਨਾਲ ਇਸ ਰੈਂਟ ਨੂੰ ਕੰਟਰੋਲ ਕੀਤਾ ਜਾ ਸਕੇ। ਕੋਈ ਰਿਸਟ੍ਰਿਕਸ਼ਨ ਉਹ ਕਹਿੰਦੇ ਹੋਣੀ ਚਾਹੀਦੀ ਆ, ਕੋਈ ਲਿਮਿਟੇਸ਼ਨ ਹੋਣੀ ਚਾਹੀਦੀ ਆ। ਜਿਹੜਾ ਇਹ ਲੋਕ ਜਿਹੜੇ ਲੋੜਵੰਦ ਨੇ ਜਾਂ ਜਿਹੜਾ ਬੰਦਾ ਰਹਿ ਰਿਹਾ ਉਹਦਾ ਕਿਰਾਇਆ ਮਰਜ਼ੀ ਦੇ ਨਾਲ ਨਾ ਵਧਾਇਆ ਜਾ ਸਕੇ। ਅਤੇ ਇਹ ਵੀ ਕਿਹਾ ਕਿ ਤੁਹਾਨੂੰ ਆਪਣੇ ਲੋਕਾਂ ਨੂੰ ਜਿਹੜੇ ਰਾਈਟਸ ਆ ਐਜ਼ ਰੈਂਟਰ ਉਹ ਵੀ ਪਤਾ ਹੋਣੇ ਚਾਹੀਦੇ ਆ, ਅਤੇ ਤੁਸੀਂ ਉਹਦੇ ਨਾਲ ਘੱਟੋ ਘੱਟ ਜਿਹੜੇ ਰੈਂਟਲ ਐਗਰੀਮੈਂਟ ਆ ਉਹਨੂੰ ਵੀ ਧਿਆਨ ਨਾਲ ਕਰ ਸਕਦੇ ਆ।
ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਸੀਂ ਉਹਦੇ ਵਿੱਚੋਂ ਵੀ ਬਚਾਅ ਕਰ ਸਕਦੇ। ਪਰ ਲੋਕ ਮੰਗ ਕਰ ਰਹੇ ਕਿ ਕਿਤੇ ਨਾ ਕਿਤੇ ਕੋਈ ਨਿਯਮ ਹੋਣਾ ਚਾਹੀਦਾ ਕਿ ਕਿੰਨਾ ਰੈਂਟ ਵਧਾਇਆ ਜਾ ਸਕਦਾ ਤੇ ਕਿਸ ਤਰੀਕੇ ਨਾਲ ਵਧਾਇਆ ਜਾ ਸਕਦਾ। ਅਗਲੀ ਖਬਰ ਵਿਨੀਪੈਗ ਤੋਂ ਆ। ਵਿਨੀਪੈਗ ਟਰਾਂਜ਼ਿਟ ਨੇ ਆਪਣੀ ਕਪੈਸਿਟੀ ਰਿਡਿਊਸ ਕਰਤੀ, ਮਤਲਬ ਜਿੰਨੀਆਂ ਬੱਸਾਂ ਪਹਿਲਾਂ ਵਿਨੀਪੈਗ ਦੇ ਵਿੱਚ ਚਲਾਉਂਦੇ ਸੀ ਇਸ ਵੇਲੇ ਨਹੀਂ ਚਲਾ ਰਹੇ। ਤੁਹਾਨੂੰ ਪਤਾ ਇਸ ਵੇਲੇ ਬਰਫ਼ ਉੱਥੇ ਪਈ ਆ, ਆਹ ਮੌਸਮ ਜਿਹੜਾ ਬਹੁਤ ਠੰਡ ਵਾਲਾ ਹੁੰਦਾ, ਫਰੀਜ਼ਿੰਗ ਟੈਂਪਰੇਚਰ ਹੁੰਦਾ ਉੱਥੇ, ਤੇ ਜਿਹੜੀ ਪਬਲਿਕ ਟਰਾਂਜ਼ਿਟ ਆ ਉਹ ਬਹੁਤ ਘੱਟ ਉਹਨਾਂ ਨੇ ਆਪਣੀ ਕਪੈਸਿਟੀ ਘਟਾ ਦਿੱਤੀ ਹੈ ਵਿਨੀਪੈਗ ਟਰਾਂਜ਼ਿਟ ਨੇ। ਕਾਰਨ ਕੀ ਆ? ਉਹਨਾਂ ਦੇ ਕੋਲ ਡਰਾਈਵਰ ਹੈ ਨਹੀਂ। ਬੱਸਾਂ ਨੂੰ ਚਲਾਉਣ ਵਾਲੇ ਵਿਨੀਪੈਗ ਦੇ ਵਿੱਚ ਡਰਾਈਵਰਾਂ ਦੀ ਬਹੁਤ ਵੱਡੀ ਸ਼ਾਰਟੇਜ ਆ, ਤੇ ਬਹੁਤ ਸਾਰੇ ਲੋਕ ਛੁੱਟੀ 'ਤੇ ਚਲੇ ਗਏ ਜਾਂ ਉਹ ਕੰਮ ਨਹੀਂ ਕਰ ਰਹੇ, ਤੇ ਹੁਣ ਅਲਟੀਮੇਟਲੀ ਉਹਨਾਂ ਨੂੰ ਇਹਨੂੰ ਘਟਾਉਣਾ ਪਿਆ। ਰੋਮੀਓ ਇਗਨਾਸੀਓ ਉਹ ਪ੍ਰੈਜ਼ੀਡੈਂਟ ਨੇ ਜਿਹੜੇ ਉਹਦੇ ਅਮਲਗਾਮੇਟਡ ਟਰਾਂਜ਼ਿਟ ਯੂਨੀਅਨ ਲੋਕਲ 1505 ਦੇ, ਉਹ ਕਹਿੰਦੇ ਵੀ ਕਿ ਵਿਨੀਪੈਗ ਟਰਾਂਜ਼ਿਟ ਘੱਟੋ ਘੱਟ ਕਿੱਡਾ ਸ਼ਹਿਰ ਆ ਵਿਨੀਪੈਗ, 50 ਡਰਾਈਵਰ ਸ਼ਾਰਟ ਨੇ ਉੱਥੇ ਇਸ ਵੇਲੇ। ਮਤਲਬ ਜਿੰਨੇ ਉਹਨਾਂ ਨੂੰ ਚਾਹੀਦੇ 50 ਉੱਥੇ ਹੈ ਨਹੀਂ। ਇੰਨਾ ਵੈਕੈਂਸੀ ਲੈਵਲ ਪਹਿਲਾਂ ਕਦੇ ਵਿਨੀਪੈਗ ਦੇ ਵਿੱਚ ਹੋਇਆ ਹੀ ਨਹੀਂ ਸੀ। ਉਹ ਕਹਿੰਦੇ ਅਸੀਂ ਇਸ ਗੱਲ ਦੇ ਲਈ ਚਿੰਤਤ ਹਾਂ, ਸਿਚੁਏਸ਼ਨ ਜਿੱਥੇ ਅਸੀਂ ਇਸ ਵੇਲੇ ਹੈਗੇ ਹਾਂ, ਤੇ ਇਹ ਜਿੱਦਾਂ ਮੇਅਰ ਨੇ ਪ੍ਰੋਮਿਸ ਕੀਤਾ ਸੀ ਕਿ 100% ਸਰਵਿਸ ਹੋਊਗੀ, ਪਰ ਸਰਵਿਸ ਹੋ ਨਹੀਂ ਸਕਦੀ ਕਿਉਂਕਿ ਡਰਾਈਵਰ ਹੈ ਹੀ ਨਹੀਂ। ਹੁਣ ਸਕੈਜੂਅਲ 'ਤੇ ਫਰਕ ਪੈ ਰਿਹਾ ਇਹਦੇ ਨਾਲ ਲੋਕਾਂ ਦੇ। ਜਿਸ ਤਰੀਕੇ ਦੇ ਨਾਲ ਪੈਂਡੈਮਿਕ ਦੇ ਵਿੱਚ ਸੀਗਾ ਸਾਰਾ ਕੁਛ, ਉਹਦੇ ਤੋਂ ਬਾਅਦ ਲੋਕਾਂ ਨੇ ਟਰੈਵਲ ਕਰਨਾ ਸ਼ੁਰੂ ਕਰ ਦਿੱਤਾ। ਹੁਣ ਜਿਹੜੀ ਆਪਰੇਟਰ ਦੀ ਐਬਸੈਂਟਿਵਜ਼ਮ ਆ ਉਹਦੇ 'ਚ ਬਹੁਤ ਵਾਧਾ ਹੋਇਆ। 100 ਦੇ ਕਰੀਬ ਡਰਾਈਵਰ ਜਿਹੜਾ ਉਹ ਸ਼ਾਰਟ ਜਾਂ ਲੌਂਗ ਟਰਮ ਲੀਵ ਦੇ ਉੱਤੇ ਆ, ਜਾਂ ਉਹ ਕੰਮ ਤੋਂ ਚਲੇ ਗਏ। ਹੁਣ ਕਾਰਨ ਕੀ ਹੈ? ਡਰਾਈਵਰ ਕੰਮ ਕਿਉਂ ਨਹੀਂ ਕਰ ਰਿਹਾ, ਜਾਂ ਉਹ ਇਸ ਪਾਸੇ ਜਾਣਾ ਕੋਈ ਨਹੀਂ ਕਿਉਂ ਨਹੀਂ ਚਾਹੁੰਦਾ? ਲੋਕਾਂ ਨੂੰ ਜਿਹੜਾ ਵੱਡਾ ਬੈਰੀਅਰ ਆ ਡਰਾਈਵਰ ਨਵੇਂ ਰੱਖਣ ਦੇ ਵਿੱਚ, ਰਿਕਰੂਟਮੈਂਟ ਦੇ ਵਿੱਚ, ਲੋਕ ਆਪਣੇ ਸੇਫਟੀ ਤੋਂ ਕੰਸਰਨ ਨੇ ਵੀ ਕੋਈ ਵੀ ਸਵਾਰੀ ਜਿਹੜੀ ਆਉਂਦੀ ਆ ਉਹਨਾਂ ਨੂੰ ਧਮਕੀਆਂ ਦੇ ਜਾਂਦੀ ਆ, ਥੁੱਕ ਜਾਂਦੇ ਆ, ਇੱਥੋਂ ਤੱਕ ਕਈ ਵਾਰੀ ਮੁੱਕੇ ਵੀ ਮਾਰ ਜਾਂਦੇ ਡਰਾਈਵਰ ਨੂੰ। ਤੇ ਫਿਰ ਕੋਈ ਵੀ ਬੰਦਾ ਸੋਚਦਾ ਵੀ ਮੈਂ ਇਸ ਕੰਮ ਦੇ ਵਿੱਚ ਕਿਉਂ ਪੈਣਾ। ਇਸੇ ਕਾਰਨ ਕਰਕੇ ਉੱਥੇ ਡਰਾਈਵਰਾਂ ਦੀ ਘਾਟ ਕਰਕੇ ਹੁਣ ਬੱਸਾਂ ਚਲਾਉਣੀਆਂ ਘਟਾ ਦਿੱਤੀਆਂ ਉਹਨਾਂ ਨੇ। ਬਹੁਤ ਸਾਰੇ ਆਪਰੇਟਰ ਜਿਹੜੇ ਆ ਉਹ ਕਹਿੰਦੇ ਵੀ ਉਹ 20-30 ਸਾਲ ਤੋਂ ਵੀ ਇੱਥੇ ਕੰਮ ਕਰ ਰਹੇ ਸੀ। ਅਲਟੀਮੇਟਲੀ ਉਹਨਾਂ ਨੇ ਡਿਸਾਈਡ ਕਰਤਾ ਵੀ ਹੁਣ ਰਿਸਕ ਆ ਤੇ ਆਪਾਂ ਚੱਲੀਏ, ਜਾਂ ਤਾਂ ਨੌਕਰੀ ਛੱਡ ਕੇ ਜਾਂ ਰਿਟਾਇਰਮੈਂਟ ਲੈ ਗਏ ਆ। ਯੂਨੀਅਨ ਕਹਿੰਦੀ ਕਿ ਜਿਹੜੇ ਅਸੌਲਟਸ ਹੋ ਰਹੇ ਆ ਆਪਰੇਟਰਸ ਦੇ ਨਾਲ ਪਿਛਲੇ ਕੁਝ ਸਾਲਾਂ ਦੇ ਵਿੱਚ, ਉਹਨਾਂ ਦੇ ਵਿੱਚ ਵਾਧਾ ਹੋ ਗਿਆ। 2021 ਦੇ ਵਿੱਚ 90 ਆਪਰੇਟਰਸ ਨੂੰ ਅਸੌਲਟ ਕੀਤਾ ਗਿਆ ਇੱਕ ਸਾਲ ਦੇ ਵਿੱਚ। 2022 ਦੇ ਵਿੱਚ ਇਹ ਨੰਬਰ ਵੱਧ ਕੇ 107 ਇੰਸੀਡੈਂਟ ਦੇ ਉੱਤੇ ਪਹੁੰਚ ਗਿਆ, ਜਿਹਦੇ ਵਿੱਚ ਵਰਬਲ ਥ੍ਰੈਟ ਵੀ ਆ, ਸਪਿਟਿੰਗ ਵੀ ਆ, ਪੰਚਿੰਗ ਵੀ ਆ, ਅਸੌਲਟਸ ਵੀ ਆ, ਤੇ ਮਤਲਬ ਅਸੌਲਟਸ ਦੇ ਵਿੱਚ ਜਦੋਂ ਵੈਪਨ ਹਥਿਆਰ ਵੀ ਵਰਤੇ ਗਏ ਕਈ ਥਾਵਾਂ ਦੇ ਉੱਤੇ। ਉਹਦਾ ਇੰਪੈਕਟ ਹੁਣ ਨਵੇਂ ਡਰਾਈਵਰਸ ਦੇ ਉੱਤੇ ਪੈ ਰਿਹਾ। ਤੇ ਤੁਹਾਡੇ ਕੋਲ ਮਤਲਬ ਕੋਈ ਐਕਸਪੀਰੀਅੰਸ ਨਹੀਂ ਆ ਇਸ ਕੰਮ ਦਾ, ਤੇ ਤੁਸੀਂ ਇਸ ਪਾਸੇ ਜਦੋਂ ਜਾਂਦੇ ਆ ਤਾਂ ਫਿਰ ਨਵਾਂ ਬੰਦਾ ਇੱਧਰਲੇ ਪਾਸੇ ਨਹੀਂ ਆਉਂਦਾ। ਉਹ ਕਹਿੰਦੇ ਅਸੀਂ ਕੁਛ ਨਾ ਕੁਛ ਜਾਂ ਤਾਂ ਇਹਦੇ ਬਾਰੇ ਕਰਨਾ ਚਾਹੀਦਾ। ਜੇ ਤੁਸੀਂ ਇਹ ਇਸ਼ੂ ਰਿਜ਼ੋਲਵ ਨਹੀਂ ਕੀਤਾ ਤਾਂ ਜਿੰਨੇ ਡਰਾਈਵਰ ਇਸ ਵੇਲੇ ਕੰਮ ਕਰ ਰਹੇ ਆ ਇਹ ਵੀ ਛੱਡ ਕੇ ਕਿਸੇ ਹੋਰ ਕੰਮ ਧੰਦੇ 'ਚ ਲੱਗ ਜਾਣਗੇ, ਤੇ ਜਿਹੜਾ ਪਬਲਿਕ ਟਰਾਂਜ਼ਿਟ ਆ ਇਹਦਾ ਹਾਲ ਮਾੜਾ ਹੋ ਜਾਊਗਾ। ਇਸ ਸੰਬੰਧ ਦੇ ਵਿੱਚ ਵੀ ਉਹ ਕਹਿ ਰਹੇ ਆ ਕਿ ਸਾਨੂੰ ਕੋਈ ਨਾ ਕੋਈ ਜਿਹੜਾ ਯਤਨ ਆ ਉਹ ਜ਼ਰੂਰ ਕਰਨਾ ਚਾਹੀਦਾ ਤਾਂ ਕਿ ਇਸ ਸਮੱਸਿਆ ਦਾ ਕੋਈ ਨਾ ਕੋਈ ਹੱਲ ਨਿਕਲ ਸਕੇ। ਅਸੀਂ ਬੱਚਿਆਂ ਦੇ ਵਿੱਚ ਫਲੂ ਦੀ ਗੱਲਬਾਤ ਕੀਤੀ ਆ। ਕੈਨੇਡਾ ਦੇ ਵਿੱਚ ਜਾਨਵਰਾਂ ਦੇ ਵਿੱਚ ਵੀ ਜਿਹੜਾ ਫਲੂ ਫੈਲਿਆ ਆ, ਏਵੀਅਨ ਫਲੂ। ਏਵੀਅਨ ਫਲੂ ਫੈਲਣ ਦੇ ਨਾਲ ਟਰਕੀ ਸ਼ਾਰਟੇਜ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਟਰਕੀ ਕਟਿੰਗ ਤੁਹਾਨੂੰ ਪਤਾ ਥੈਂਕਸ ਗਿਵਿੰਗ 'ਤੇ ਵੈਸੇ ਤਾਂ ਸਾਰਾ ਸਾਲ ਹੀ ਇਹ ਲੋਕ ਖਾਂਦੇ ਆ ਇਹਨੂੰ ਜਾਨਵਰ ਨੂੰ, ਪਰ ਥੈਂਕਸ ਗਿਵਿੰਗ ਅਤੇ ਕ੍ਰਿਸਮਸ ਇਹਦੇ ਨੇੜੇ ਤੇੜੇ ਇਹਦੀ ਮੰਗ ਜ਼ਿਆਦਾ ਵੱਧ ਜਾਂਦੀ ਹੈ। BC ਪੋਲਟਰੀ ਐਸੋਸੀਏਸ਼ਨ ਕਹਿ ਰਹੀ ਆ ਕਿ ਕਿਉਂਕਿ ਸਾਡੇ ਕੋਲ ਚੈਲੰਜ ਆ, ਪਿੱਛੋਂ ਨਹੀਂ ਆ ਰਹੀ ਉਨੀ ਟਰਕੀ, ਅਤੇ ਕਸਟਮਰ ਨੂੰ ਇਹਦੀ ਹਾਈ ਡਿਮਾਂਡ ਕ੍ਰਿਸਮਸ ਸੀਜ਼ਨ ਦੇ ਵਿੱਚ ਜ਼ਿਆਦਾ ਹੁੰਦੀ ਹੈ, ਅਤੇ ਉਹਦੀਆਂ ਕੀਮਤਾਂ ਵੀ ਇਸ ਵਾਰੀ ਜ਼ਿਆਦਾ ਵਧਣਗੀਆਂ। ਉਹ ਕਹਿੰਦੇ ਜਿਹੜਾ ਇਹਦਾ ਕਾਰਨ ਕਿਤੇ ਜਿਹੜੇ ਬਹੁਤ ਸਾਰੇ ਟਰਕੀ ਦੇ ਹੈਗੇ ਨੇ ਮਤਲਬ ਜਿਹੜੇ ਫਾਰਮਰਸ ਨੇ ਉਹ ਦੱਸਦੇ ਨੇ ਕਿ ਇਹਦਾ ਜਿਹੜਾ ਪ੍ਰਾਈਮ ਗਰੋਇੰਗ ਸੀਜ਼ਨ ਹੁੰਦਾ ਉਹ ਇਸ ਵੇਲੇ ਆ, ਅਤੇ ਇਹਦੇ ਉੱਤੇ ਏਵੀਅਨ ਇਨਫਲੂਐਂਜ਼ਾ ਜਾਂ ਫਲੂ ਜਿਹੜਾ ਉਹਦਾ ਅਸਰ ਪੈ ਗਿਆ ਹੈ। ਹੁਣ ਜਦੋਂ ਜਿਹੜੀ ਐਂਟੀਸਪੇਟ ਕੀਤਾ ਜਾ ਰਿਹਾ, ਮਤਲਬ ਪਹਿਲਾਂ ਅੰਦਾਜ਼ਾ ਲਾਇਆ ਜਾ ਰਿਹਾ ਵੀ 20% ਡਰੋਪ ਹੋਊਗਾ ਅਵੇਲੇਬਲ ਟਰਕੀ ਦੇ ਵਿੱਚ। ਜਿੰਨੀ ਟਰਕੀ ਦੀ ਮੰਗ ਆ ਉਹਦੀ ਜਿਹੜੀ ਉਹਦੀ 20% ਉਹਦੇ ਵਿੱਚ ਘੱਟ ਹੋਊਗਾ, ਅਤੇ ਜੇ ਕੋਈ ਮੰਗ ਜ਼ਿਆਦਾ ਆ ਅਤੇ 20% ਉਹ ਹੈ ਹੀ ਨਹੀਂ ਸਪਲਾਈ ਕਰਨ ਦੇ ਲਈ ਟਰਕੀ, ਅਤੇ ਕੁਦਰਤੀ ਤੌਰ 'ਤੇ ਉਹਦੀਆਂ ਕੀਮਤਾਂ 'ਚ ਵਧਣੂਗਾ। ਜਿਹੜਾ ਚਿਕਨ ਆ ਜਾਂ ਐਗਜ਼ ਨੇ ਇਹਦੇ ਵਿੱਚ ਕੋਈ ਕਮੀ ਨਹੀਂ। ਉਹ ਕਹਿੰਦੇ ਇਹ ਕੋਈ ਸ਼ਾਰਟੇਜ ਨਹੀਂ ਆ, ਇਹ ਅਵੇਲੇਬਲ ਆ, ਅਤੇ ਇਹਦੀਆਂ ਕੀਮਤਾਂ ਠੀਕ ਰਹਿਣ ਦੀ ਆਸ ਆ। ਜਿਹੜਾ ਵਾਇਰਸ ਆ ਇਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਪੂਰੇ ਨਾਰਥ ਅਮਰੀਕਾ ਦੇ ਵਿੱਚ ਹੀ। ਹੁਣ ਹੀ ਥੈਂਕਸਗਿਵਿੰਗ ਅਮਰੀਕਾ ਦੇ ਵਿੱਚ ਲੰਘ ਕੇ ਗਿਆ, ਉੱਥੇ ਵੀ ਟਰਕੀ ਸ਼ਾਰਟੇਜ ਰਹੀ ਆ। ਜਿਹੜਾ ਮਾਈਗ੍ਰੇਟਰੀ ਸੀਜ਼ਨ ਹੁੰਦਾ ਸਪਰਿੰਗ ਅਤੇ ਫਾਲ ਦਾ, ਇਹਦੇ ਉੱਤੇ ਵੀ ਬਹੁਤ ਸਾਰਾ ਅਸਰ ਪਿਆ।
ਹੁਣ ਉਹ ਕਹਿੰਦੇ ਦੁਬਾਰਾ ਕਿਸੇ ਨਾ ਕਿਸੇ ਤਰ੍ਹਾਂ ਲੱਗਦਾ ਹੈ ਕਿ ਅਸੀਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਨੂੰ ਠੀਕ ਠਾਕ ਕੀਤਾ ਜਾਵੇ, ਪਰ ਜਿਹੜੀ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਦਾ ਲੇਟੈਸਟ ਅਵੇਲੇਬਲ ਡਾਟਾ ਦੱਸ ਰਿਹਾ ਹੈ ਕਿ 8,66,200 ਪੰਛੀ ਜਿਹੜਾ ਇਹ ਹੈਗਾ ਬਰਡ ਹੈਗਾ ਆ, ਇਹ ਇੰਪੈਕਟ ਹੋਇਆ H5N1 ਸਟ੍ਰੇਨ ਦੇ ਨਾਲ। 8,66,000 ਦੇ ਕਰੀਬ ਫਲੂ ਦੇ ਨਾਲ ਇਸ ਸਾਲ ਦੇ ਵਿੱਚ। ਇਹਦਾ ਮਤਲਬ ਇਹ ਆ ਕਿ 43% ਜਿਹੜੇ ਇਨਫੈਕਟਡ ਪ੍ਰੈਮਿਸਿਸ ਆ ਉਹ ਪ੍ਰੋਵਿੰਸ ਦੇ ਵਿੱਚ ਆ ਬੁੱਧਵਾਰ ਤੱਕ, ਪਿਛਲੇ ਲੰਘੇ ਬੁੱਧਵਾਰ ਤੱਕ ਸੀਗੇ। ਸੋ ਏਵੀਅਨ ਫਲੂ ਬਹੁਤ ਸਾਰਾ ਇਹ ਜਿਹੜਾ ਅਸਰ ਇਹਦਾ ਇਹਨਾਂ ਪੰਛੀਆਂ ਦੇ ਉੱਤੇ, ਜਾਨਵਰਾਂ ਦੇ ਉੱਤੇ ਪੈਂਦਾ ਹੈ, ਅਤੇ ਇਸ ਸਾਲ ਕੁਦਰਤੀ ਤੌਰ ਦੇ ਉੱਤੇ ਹੋਰ ਜ਼ਿਆਦਾ ਅਸਰ ਟਰਕੀ ਦੇ ਉੱਤੇ ਪੈ ਰਿਹਾ ਹੈ ਅਤੇ ਇਹਦੀ ਡਿਮਾਂਡ ਦੇ ਵਿੱਚ ਵਾਧਾ ਹੋਣਾ ਆ, ਪਰ ਇਹਦੇ ਨਾਲ ਉਹਨਾਂ ਕੋਲ ਸਪਲਾਈ ਓਨੀ ਜ਼ਿਆਦਾ ਨਹੀਂ। ਇਹਦੇ ਨਾਲ ਹੀ ਦੋਸਤੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਅਤੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।